ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੰਗਲਿਸ਼ ਪੈਡਾਗੋਜੀ ਦੇ ਜਿਹੜੇ ਆ ਇੰਪੋਰਟੈਂਟ ਕੁਐਸਚਨਸ ਨੇ ਜਿਹੜੇ ਆਪਾਂ ਸਾਰੇ ਇਹਦੇ ਵਿੱਚ ਕਵਰ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਆਪਾਂ ਲਾਸਟ ਪਾਰਟ ਕੀਤਾ ਸੀਗਾ 1, ਜਿਹਦੇ ਵਿੱਚ ਆਪਾਂ ਕਾਫੀ ਕੁਐਸਚਨ ਜਿਹੜੇ ਇਹਦੇ ਵਿੱਚ ਕਵਰ ਕੀਤੇ ਸੀਗੇ। ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਹੋਰ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਿਹੜੇ ਕੁਐਸਚਨਸ ਕਵਰ ਕਰਨ ਦੀ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਅੱਜ ਇਸ ਚੈਨਲ 'ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰਿਓ। ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜੀਆਂ ਇਹ ਵੀਡੀਓਜ਼ ਜਦ ਵੀ ਮੈਂ ਅਪਲੋਡ ਕਰਾਂ ਤਾਂ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਭ ਤੋਂ ਪਹਿਲਾਂ ਮਿਲ ਸਕੇ। ਸੋ ਆਪਾਂ ਹੁਣ ਬਿਨਾਂ ਦੇਰੀ ਕੀਤੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਸੋ ਅੱਜ ਦੀ ਇਸ ਵੀਡੀਓ ਦਾ ਜਿਹੜਾ ਪਹਿਲਾ ਕੁਐਸਚਨ ਹੈ ਜੀ ਉਹ ਹੈ ਜੀ ਵਿਚ ਆਫ ਦਾ ਫੋਲੋਇੰਗ ਪਰਸਪੈਕਟਿਵ ਪ੍ਰਪੋਜ਼ਿਜ਼ ਲੈਂਗੁਏਜ ਟੂ ਬੀ ਬਾਏ ਲੌਜੀਕਲ ਪ੍ਰੋਸੈਸ। ਠੀਕ ਹੈ ਜੀ। ਇਹ ਕਿਹਨੇ ਇੱਕ ਪ੍ਰੋਸਪੈਕਟਿਵ ਦਿੱਤਾ ਸੀਗਾ। ਠੀਕ ਹੈ ਜੀ। ਪਹਿਲਾਂ ਇਨੇਟਿਸਟ, ਬਿਹੇਵਰਿਸਟ, ਕੰਸਟਰਕਟਿਵਿਸਟ ਜਾਂ ਇੰਟਰੈਕਟਿਵ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਇਨੇਟਿਸਟ। ਠੀਕ ਹੈ ਜੀ। ਸੋ ਆਪਾਂ ਇਹਦੇ ਵਿੱਚ ਜਲਦੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਕੁਐਸਚਨਸ ਕਵਰ ਕਰੀਏ। ਐਕਸਪਲੇਨੇਸ਼ਨ ਵੱਲ ਆਪਾਂ ਨਹੀਂ ਇੰਨਾ ਧਿਆਨ ਦੇਵਾਂਗੇ ਕਿਉਂਕਿ ਆਪਾਂ ਪਹਿਲਾਂ ਐਕਸਪਲੇਨੇਸ਼ਨ ਦੇ ਵਿੱਚ ਕੁਐਸਚਨਸ ਕਈ ਕੀਤੇ ਨੇ। ਠੀਕ ਹੈ ਜੀ। ਹੁਣ ਆਪਣੀ ਕਿਉਂਕਿ ਆਪਣੇ ਕੋਲ ਟਾਈਮ ਨਹੀਂ ਹੈ ਸੋ ਅਸੀਂ ਕੋਸ਼ਿਸ਼ ਇਹ ਕਰਾਂਗੇ ਵੱਧ ਤੋਂ ਵੱਧ ਜਿਹੜੇ ਕੁਐਸਚਨਸ ਆਪਾਂ ਕਵਰ ਕਰੀਏ। ਠੀਕ ਹੈ ਜੀ। ਮੀਨਿੰਗ ਆਫ ਮੋਰਫੋਲੋਜੀ, ਸਟਰਕਚਰ ਆਫ ਵਰਡਸ, ਮੀਨਿੰਗ ਆਫ ਵਰਡਸ, ਪ੍ਰੋਨੰਸੀਏਸ਼ਨ ਆਫ ਵਰਡ ਜਾਂ ਪੋਜੀਸ਼ਨ ਆਫ ਵਰਡ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਸਟਰਕਚਰ ਆਫ ਵਰਡਸ ਨੂੰ ਕੀ ਕਹਿੰਦੇ ਆ ਜੀ, ਮੋਰਫੋਲੋਜੀ। ਠੀਕ ਹੈ ਜੀ। ਅ ਪਿਚ ਆਫ ਅ ਮਿਊਜ਼ੀਕਲ ਨੋਟ ਪ੍ਰੋਡਿਊਸਡ ਬਾਈ ਵਾਈਬ੍ਰੇਸ਼ਨ ਆਫ ਦਾ ਵੋਕਲ ਕੋਰਡਸ ਇਜ਼। ਠੀਕ ਹੈ ਜੀ। ਪੌਜ਼, ਸਟ੍ਰੈਸ, ਇੰਟੋਨੇਸ਼ਨ ਜਾਂ ਰਿਦਮ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ ਸੀ, ਇੰਟੋਨੇਸ਼ਨ। In a primary class, if a student makes pronunciation errors, the teacher should, ਅਗਰ ਕਿਸੇ ਕਲਾਸ ਦੇ ਵਿੱਚ ਪ੍ਰਾਇਮਰੀ ਕਲਾਸ 'ਚ ਬੱਚਾ ਜਿਹੜਾ ਹੈ ਵਰਡਸ ਦੀ ਜਿਹੜੀ ਪ੍ਰੋਨੰਸੀਏਸ਼ਨ ਹੈ ਜਿਹੜੀ ਉਹਦੇ ਵਿੱਚ ਐਰਰ ਆ ਰਹੀ ਤਾਂ ਟੀਚਰ ਨੂੰ ਕੀ ਕਰਨਾ ਚਾਹੀਦਾ ਹੈ। ਸਕੋਲਡ ਦਾ ਚਾਈਲਡ ਇਮੀਡੀਏਟਲੀ ਟੂ ਮੇਕ ਹਿਮ ਅਵੋਇਡ ਐਰਰਸ, ਬਿਲਕੁਲ ਗਲਤ। ਕਰੈਕਟ ਹਿਮ ਇਮੀਡੀਏਟਲੀ ਟੂ ਅਵੋਇਡ ਫੋਸਿਲਾਈਜੇਸ਼ਨ ਆਫ ਦੀ ਐਰਰ, ਇਹ ਵੀ ਬਿਲਕੁਲ ਗਲਤ ਹੈ। ਲੈਟ ਦਾ ਚਾਈਲਡ ਬੀ ਟੂ ਮੇਕ ਹਿਮ ਫੀਲ ਕੰਫਰਟੇਬਲ, ਬਿਲਕੁਲ ਇਹ ਵੀ ਗਲਤ ਹੈ। ਜਿਹੜਾ ਸਹੀ ਜਵਾਬ ਉਹ ਹੈ ਡੀ ਆਪਸ਼ਨ ਕਿ ਅਸੈਪਟ ਹਿਜ਼ ਐਰਰ ਇਨੀਸ਼ੀਅਲੀ ਐਂਡ ਗ੍ਰੈਜੂਅਲੀ ਟੇਕ ਹਿਮ ਟੂ ਕਰੈਕਟ ਪ੍ਰੋਨੰਸੀਏਸ਼ਨ। ਪਹਿਲਾਂ ਉਹਦੇ ਐਰਰ ਨੂੰ ਅਸੈਪਟ ਕਰੀਏ ਫਿਰ ਹੌਲੀ ਜਿਹੜਾ ਬੱਚੇ ਦੀ ਜਿਹੜੀ ਕਰੈਕਟ ਪ੍ਰੋਨੰਸੀਏਸ਼ਨ ਹੈ ਉਹਦੇ ਵੱਲ ਅਸੀਂ ਧਿਆਨ ਦੇਵਾਂਗੇ। ਠੀਕ ਹੈ ਜੀ। ਅਗਲਾ ਕੁਐਸਚਨ ਹੈ ਦਾ ਚੇਂਜਿਸ ਇਨ ਐਨੀ ਲੈਂਗੁਏਜ ਰਿਫਲੈਕਟ। ਠੀਕ ਹੈ ਜੀ। ਇੰਡੀਵਿਜੂਅਲ ਵੇਰੀਏਬਿਲਿਟੀ, ਠੀਕ ਹੈ, ਮੈਸਿਵ ਐਂਡ ਯੂਨੀਫਾਰਮ ਅਲਟਰੇਸ਼ਨ, ਯੂਨੀਫਾਰਮ ਐਂਡ ਗ੍ਰੈਜੂਅਲ ਅਲਟਰੇਸ਼ਨ ਜਾਂ ਮੈਸਿਵ, ਯੂਨੀਫਾਰਮ ਐਂਡ ਗ੍ਰੈਜੂਅਲ ਅਲਟਰੇਸ਼ਨ। ਸੋ ਜਿਹੜਾ ਇਹਦਾ ਸਹੀ ਜਵਾਬ ਆਪਸ਼ਨ ਨੰਬਰ ਡੀ ਹੈ ਜੀ, ਮੈਸਿਵ, ਯੂਨੀਫਾਰਮ ਐਂਡ ਗ੍ਰੈਜੂਅਲ ਜਿਹੜਾ ਹੈ ਅਲਟਰੇਸ਼ਨ। ਠੀਕ ਹੈ ਜੀ। ਕਿ ਜਿਹੜੀ ਲੈਂਗੁਏਜ ਜੇ ਰਿਫਲੈਕਟ 'ਤੇ ਵੀ ਜਿਹੜੀ ਚੇਂਜਿਸ ਆਉਂਦੀਆਂ ਉਹ ਮੈਸਿਵ ਹੋਵੇ, ਯੂਨੀਫਾਰਮ ਹੋਵੇ ਅਤੇ ਗ੍ਰੈਜੂਅਲ ਅਲਟਰੇਸ਼ਨ ਹੋਵੇ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਹੈ ਜੀ ਰਜਿਸਟਰ ਐਜ਼ ਅ ਵਰਾਇਟੀ ਆਫ ਲੈਂਗੁਏਜ ਯੂਜ਼ ਬਾਏ ਸਪੈਸੀਫਿਕ ਗਰੁੱਪ ਆਫ ਪੀਪਲ ਰੈਫਰਸ ਟੂ ਲੈਕਸੀਕਲ ਡਿਫਰੈਂਸਿਸ ਐਂਡ ਗ੍ਰਾਮੈਟੀਕਲ ਫੀਚਰਸ, ਗ੍ਰਾਮੈਟੀਕਲ ਐਂਡ ਫੋਨੋਲੋਜੀਕਲ ਫੀਚਰਸ ਜਾਂ ਬਿਸਾਈਡਸ ਲੈਕਸੀਕਲ ਡਿਫਰੈਂਸਿਸ, ਗ੍ਰਾਮੈਟੀਕਲ ਐਂਡ ਫੋਨੋਲੋਜੀਕਲ ਫੀਚਰ ਐਜ਼ ਵੈਲ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਡੀ ਹੈ ਜੀ। ਠੀਕ ਹੈ ਜੀ। ਜਿਹੜਾ ਸਹੀ ਜਵਾਬ ਹੈ। ਅਗਲਾ ਕੁਐਸਚਨ ਦੇਖਦੇ ਹਾਂ ਜੀ ਦਾ ਕਰੈਕਟ ਸੀਕੁਐਂਸ ਫॉर ਐਰਰ ਐਨਾਲਾਈਸਿਸ। ਐਰਰ ਐਨਾਲਾਈਸਿਸ ਕਰਨਾ ਜਿਹੜਾ ਕਰੈਕਟ ਸੀਕੁਐਂਸ ਜਿਹੜਾ ਉਹ ਕੀ ਹੈ। ਕਲੈਕਟਿੰਗ ਸੈਂਪਲ ਆਫ ਲਰਨਰ ਲੈਂਗੁਏਜ, ਆਈਡੈਂਟੀਫਾਈਂਗ ਦਾ ਐਰਰ, ਡਿਸਕ੍ਰਾਈਬਿੰਗ ਦਾ ਐਰਰ, ਐਕਸਪਲੇਨਿੰਗ ਦਾ ਐਰਰ ਜਾਂ ਲਾਸਟ 'ਚ ਇਵੈਲੂਏਟਿੰਗ ਜਾਂ ਕਰੈਕਟਿੰਗ ਦਾ ਐਰਰਸ। ਜਿਹੜਾ ਦੇਖੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਸਾਨੂੰ ਆਪਸ਼ਨਸ ਤੋਂ ਹੀ ਪਤਾ ਲੱਗਦਾ ਹੈ। ਠੀਕ ਹੈ ਜੀ। ਦੇਖੋ ਜਿਹੜੀ ਇਵੈਲੂਏਟਿੰਗ ਹੁੰਦੀ ਹੈ ਉਹ ਸਭ ਤੋਂ ਲਾਸਟ 'ਚ ਹੁੰਦੀ ਹੈ। ਸੋ ਅਸੀਂ ਦੇਖਾਂਗੇ ਲਾਸਟ 'ਚ ਜਿਹੜਾ ਹੈ ਕਿਹੜੇ ਆਪਸ਼ਨ ਜਿਹੜਾ ਫਿਫਥ ਆਪਸ਼ਨ ਹੈ। ਸੋ ਦੇਖੋ ਫਸਟ ਔਰ ਲਾਸਟ ਦੇ ਵਿੱਚ ਫਿਫਥ ਆਪਸ਼ਨ ਹੈ ਤਾਂ ਮਤਲਬ ਸਾਡਾ ਏ ਜਾਂ ਡੀ 'ਚੋਂ ਜਿਹੜਾ ਕੋਈ ਆਨਸਰ ਬਿਲਕੁਲ ਸਹੀ ਹੈ। ਠੀਕ ਹੈ ਜੀ। ਸੋ ਆਪਾਂ ਹੁਣ ਇਹਦੇ ਵਿੱਚ ਦੇਖਾਂਗੇ ਜਿਹੜਾ ਇਹਦਾ ਸਹੀ ਆਨਸਰ ਹੈ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ ਜਿਹੜਾ ਬਿਲਕੁਲ ਸਹੀ ਹੈ। ਠੀਕ ਹੈ। ਜਿਹਦੇ ਵਿੱਚ ਫਸਟ ਨੰਬਰ 'ਤੇ ਆਉਂਦਾ ਹੈ ਜੀ
ਕਲੈਕਟਿੰਗ ਸੈਂਪਲ, ਫਿਰ ਆਉਂਦਾ ਹੈ ਆਈਡੈਂਟੀਫਾਈਂਗ ਦਾ ਐਰਰ, ਫਿਰ ਆਉਂਦਾ ਹੈ ਡਿਸਕ੍ਰਾਈਬਿੰਗ ਦਾ ਐਰਰ, ਫਿਰ ਆਉਂਦਾ ਹੈ ਐਕਸਪਲੇਨਿੰਗ ਐਂਡ ਲਾਸਟ 'ਚ ਇਵੈਲੂਏਟਿੰਗ ਦਾ ਐਰਰ। ਸੋ ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਹੈ। language program designed to prepare international students or other students needing language instruction to take regular academic courses at a university is known as, ਠੀਕ ਹੈ, ਉਹਨੂੰ ਕੀ ਕਹਿੰਦੇ ਆ ਜੀ? ਇੰਟੈਂਸਿਵ ਲੈਂਗੁਏਜ ਪ੍ਰੋਗਰਾਮ, ਬਾਈਲਿੰਗੁਅਲ ਐਜੂਕੇਸ਼ਨ ਪ੍ਰੋਗਰਾਮ, ਰੀਡਿੰਗ ਪ੍ਰੋਗਰਾਮ ਜਾਂ ਇੰਟੈਂਸਿਵ ਰੀਡਿੰਗ ਪ੍ਰੋਗਰਾਮ। ਠੀਕ ਹੈ ਜੀ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ 1, ਇੰਟੈਂਸਿਵ ਲੈਂਗੁਏਜ ਪ੍ਰੋਗਰਾਮ। ਠੀਕ ਹੈ ਜੀ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਇਨ ਅ ਡਾਇਵਰਸ ਕਲਾਸਰੂਮ ਲਰਨਰ ਫਾਈਂਡ ਇਟ ਡਿਫਿਕਲਟ ਟੂ ਸਪੀਕ ਐਂਡ ਰਾਈਟ ਗੁੱਡ ਇੰਗਲਿਸ਼ ਐਂਡ ਆਫਨ ਲੈਪਸ ਇਨਟੂ ਦੇਅਰ ਮਦਰ ਟੰਗ ਬਿਕੋਜ਼। ਇਹ ਆਪਸ਼ਨ ਹੈ ਜੀ ਦੇ ਆਰ ਨਾਟ ਮੋਟੀਵੇਟਿਡ ਟੂ ਲਰਨ ਇੰਗਲਿਸ਼, ਦੇ ਲੈਕ ਇਨਫ ਕੰਪੀਟੈਂਸ in the target language and the structure of the two languages are different, they do not have the ability to learn English ਜਾਂ they are slow learners। ਸੋ ਜਿਹੜੇ ਦਾ ਸਹੀ ਜਵਾਬ ਹੈ ਉਹ ਜੀ ਆਪਸ਼ਨ ਨੰਬਰ B, ਕਿ they lack enough competence in the target language and the structure of the two languages are different। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ ਜੀ। when speaking, ਬੋਲਣ ਵੇਲੇ people generally raise and lower the pitch of their voice forming pitch pattern, this is known as। ਠੀਕ ਹੈ। ਬੋਲਣ ਲੱਗੇ ਕਈ ਵਾਰ ਸਾਡੀ ਜਿਹੜੀ ਪਿਚ ਹੈ ਕਈ ਵਾਰ ਥੋੜ੍ਹੀ ਲੋਅ ਹੁੰਦੀ ਹੈ, ਕਈ ਵਾਰ ਹਾਈ ਹੁੰਦੀ ਹੈ, ਤਾਂ ਉਹ ਕਹਿੰਦੇ ਨੇ ਕਿ ਇਹਨੂੰ ਕੀ ਕਹਿੰਦੇ ਆ। ਠੀਕ ਹੈ ਜੀ। ਵੋਇਸ ਕਹਿੰਦੇ ਆ, ਇੰਟੋਨੇਸ਼ਨ ਕਹਿੰਦੇ ਆ, ਟੋਨ ਕਹਿੰਦੇ ਜਾਂ ਕੀ ਕਹਿੰਦੇ ਆ। ਸੋ B ਆਪਸ਼ਨ ਬਿਲਕੁਲ ਸਹੀ ਹੈ ਜੀ, ਇੰਟੋਨੇਸ਼ਨ ਇਹਨੂੰ ਕਹਿੰਦੇ ਆ। The most effective approach to promote language development in learner is that in which the teacher, ਠੀਕ ਹੈ ਜੀ, most effective approach to promote language। ਠੀਕ ਹੈ। ਇਹ ਆਪਸ਼ਨ ਹੈ ਜੀ provide constant feedback to those learners whose language usage is problematic। ਠੀਕ ਹੈ। ਜਾਂ regularity points our learners language error immediately and explicitly। ਠੀਕ ਹੈ। ਜਾਂ chooses what error to correct by primarily using comprehensive analysis ਜਾਂ ignore learners error and focus primarily on comprehension। ਠੀਕ ਹੈ ਜੀ। ਸੋ ਦੇਖੋ ਲਾਸਟ ਆਪਸ਼ਨ ਤਾਂ ਬਿਲਕੁਲ ਗਲਤ ਹੈ। ਜਿਹੜਾ ਤਾਂ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ A, ਕਿ ਪ੍ਰੋਵਾਈਡ ਕੌਨਸਟੈਂਟ ਫੀਡਬੈਕ, ਕੌਨਸਟੈਂਟ ਜਿਹੜੀ ਫੀਡਬੈਕ ਦਿੱਤੀ ਜਾਵੇ ਅਗਰ ਅਸੀਂ ਜਿਹੜੀ ਇਫੈਕਟਿਵ ਅਪਰੋਚ ਕਰਨਾ ਚਾਹੁੰਦੇ ਹਾਂ ਟੂ ਪ੍ਰਮੋਟ ਲੈਂਗੁਏਜ। ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ has given most important to social interaction in the theory of language development। ਠੀਕ ਹੈ ਜੀ। ਸੋ ਮੋਸਟ ਇੰਪੋਰਟੈਂਟ ਟੂ ਸੋਸ਼ਲ ਇੰਟਰੈਕਸ਼ਨ ਦੀ ਗੱਲ ਜਿਹੜੀ ਕਿਹਨੇ ਕੀਤੀ ਹੈ ਉਹ ਕੀਤੀ ਹੈ ਜੀ ਵਾਈਗੋਟਸਕੀ ਨੇ। ਠੀਕ ਹੈ ਜੀ। ਸੋ ਸਹੀ ਆਨਸਰ ਹੈ ਜੀ ਵਾਈਗੋਟਸਕੀ। which of the following most appropriate for the development of language proficiency at senior secondary level। ਠੀਕ ਹੈ ਜੀ। ਸੀਨੀਅਰ ਜਿਹੜਾ ਸੈਕੰਡਰੀ ਲੈਵਲ ਹੈ ਉਹਦੇ ਵਿੱਚ ਜਿਹੜਾ ਮੋਸਟ ਐਪਰੋਪਰੀਏਟ ਜਿਹੜਾ ਹੈ ਡਿਵੈਲਪਮੈਂਟ ਆਫ ਲੈਂਗੁਏਜ ਉਹ ਕੀ ਹੈ ਜੀ? ਡਿਬੇਟਿੰਗ ਐਂਡ ਡਿਸਕਸਿੰਗ, ਰੋਲ ਪਲੇਇੰਗ, ਡਰਾਮੇਟਾਈਜ਼ਿੰਗ ਜਾਂ ਰੀਡਿੰਗ ਅਲਾਊਡ। ਸੋ ਜਿਹੜਾ ਇਹਦਾ ਸਹੀ ਆਨਸਰ ਆਪਸ਼ਨ ਨੰਬਰ A ਹੈ ਜੀ। ਸੀਨੀਅਰ ਲੈਵਲ 'ਤੇ ਜਿਹੜੇ ਡਿਬੇਟਿੰਗ ਅਤੇ ਡਿਸਕਸਿੰਗ ਜਿਹੜੇ ਡਿਸਕਸ਼ਨਸ ਹੁੰਦੇ ਨੇ ਉਹਦੇ ਨਾਲ ਜਿਹੜਾ ਹੈ ਲੈਂਗੁਏਜ ਦੀ ਜਿਹੜੀ ਪ੍ਰੋਫੈਂਸੀ ਜਿਹੜੀ ਹੈ ਪ੍ਰੋਫੀਸ਼ੈਂਸੀ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ। ਠੀਕ ਹੈ ਜੀ। In order to acquire language, the learner needs dash communication। To acquire language, ठीक है, learner need dash communication natural, more, artificial ਜਾਂ less। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ A, natural, ਕਿ ਜਿਹੜਾ ਬੱਚਾ ਨੈਚੁਰਲੀ ਜਿਹੜਾ ਹੈ ਉਹ ਚੀਜ਼ਾਂ ਨੂੰ ਜਲਦੀ ਜਿਹੜਾ ਹੈ ਉਹ ਗ੍ਰੈਬ ਕਰਦਾ ਹੈ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਅਗਲਾ ਕੁਐਸਚਨ ਹੈ ਜੀ ਕਿ ਹਾਊ ਸ਼ੁੱਡ ਅ ਟੀਚਰ ਰਿਸਪੋਂਡ ਟੂ ਐਰਰ ਇਨ ਦਾ ਰਾਈਟਿੰਗ ਟਾਸਕ ਆਫ ਦਾ ਲਰਨਰ। ਠੀਕ ਹੈ ਜੀ। ਟੀਚਰ ਨੂੰ ਜਿਹੜਾ ਹੈ ਬੱਚਾ ਅਗਰ ਰਾਈਟਿੰਗ ਦੇ ਵਿੱਚ ਟਾਸਕ ਜਿਹੜਾ ਬੱਚੇ ਨੂੰ ਕੋਈ ਦਿੱਤਾ ਗਿਆ ਉਹਦੇ ਵਿੱਚ ਐਰਰ ਕਰਦਾ, ਟੀਚਰ ਨੂੰ ਕੀ ਕਰਨਾ ਚਾਹੀਦਾ ਹੈ? ਕਿ ਐਕਸਪਲੇਨ ਪਰਸਨਲੀ, ਡਿਕਟੇਟ ਦਾ ਕਰੈਕਟ ਫੋਰਮ ਜਾਂ ਸਿੰਪਲੀ ਕਰੈਕਟ ਦਾ ਐਰਰ ਜਾਂ ਡਿਸਕਸ ਇਨ ਕਲਾਸ ਵਿਦਾਊਟ ਮੈਂਸ਼ਨਿੰਗ ਨੇਮ ਆਫ ਦਾ ਲਰਨਰ। ਸੋ D ਆਪਸ਼ਨ ਬਿਲਕੁਲ ਸਹੀ ਹੈ ਜੀ, ਬਿਨਾਂ ਉਹਦਾ ਨਾਮ ਮੈਂਸ਼ਨ ਕੀਤੇ ਜਿਹੜਾ ਹੈ ਡਿਸਕਸ ਕਰਨਾ ਕਲਾਸ ਦੇ ਵਿੱਚ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ ਕਿ ਲੈਂਗੁਏਜ ਐਕੁਇਜ਼ੀਸ਼ਨ ਅਕਰ ਓਨਲੀ ਵੈਨ the children is taught the rule of grammar।
द चाइल्ड इज़ गिवन अ रिवॉर्ड, द चाइल्ड हैज़ एक्सपोजर टू द लैंगुएज, या द चाइल्ड एब्जॉर्व द लैंगुएज विदाउट कॉन्शियस अटेंशन। सो ਜਿਹੜਾ ਇਹਦਾ ਸਹੀ ਜਵਾਬ ਆਪਸ਼ਨ ਨੰਬਰ ਡੀ। ਠੀਕ ਹੈ ਜੀ, ਉਦੋਂ ਹੀ ਜਿਹੜੀ ਲੈਂਗੁਏਜ ਐਕੁਜ਼ੀਸ਼ਨ ਅਕਰ ਕਰਦੀ ਹੈ ਜਦੋਂ ਚਾਈਲਡ ਐਬਜ਼ੋਰਵ ਦਾ ਲੈਂਗੁਏਜ ਵਿਦਾਊਟ ਕੌਨਸ਼ੀਅਸ ਜਿਹੜਾ ਅਟੈਂਸ਼ਨ। ਠੀਕ ਹੈ, ਜਿਹਦੀ ਗੱਲ ਚੋਮਸਕੀ ਕਰਦਾ ਹੈ ਕਿ ਬੱਚਿਆਂ 'ਚ ਇਨੇਟ ਜਿਹੜੀ ਐਬਿਲਿਟੀ ਹੁੰਦੀ ਹੈ। ਠੀਕ ਹੈ ਜੀ, ਸੋ ਅੱਗੇ ਚੱਲਦੇ ਹਾਂ ਜੀ 39। ਵਿਚ ਆਫ ਦਾ ਫੋਲੋਇੰਗ ਇਜ਼ ਇਨਕਲੂਡਿਡ ਇਨ ਦਾ ਕੈਟਾਗਰੀ ਆਫ ਅਸੈਂਸ਼ੀਅਲ ਬੇਸਿਕ ਮਟੀਰੀਅਲ। ਠੀਕ ਹੈ ਜੀ, ਬੇਸਿਕ ਮਟੀਰੀਅਲ ਜਿਹੜੇ ਹੈ ਉਹ ਕਿਹਨਾਂ ਨੂੰ ਇਨਕਲੂਡ ਕੀਤਾ ਗਿਆ ਹੈ? ਮੈਟਸ, ਬੈਂਚਿਸ, ਚੇਅਰਸ, ਚਾਰਟਸ, ਮੋਡਲ ਪਿਕਚਰਸ, ਟੋਇਲਟ, ਕਲੀਨ ਡਰਿੰਕਿੰਗ ਵਾਟਰ, ਲੈਂਗੁਏਜ ਕਾਰਡ, ਟੇਪ ਰਿਕਾਰਡਰ ਜਾਂ ਪੋਸਚਰਸ। ਠੀਕ ਹੈ, ਸੋ ਜਿਹੜੇ ਇਹਦਾ ਸਹੀ ਜਵਾਬ ਆਪਸ਼ਨ ਨੰਬਰ ਬੀ ਹੈ ਜੀ 1 ਔਰ 3। ਠੀਕ ਹੈ ਜੀ, ਅਸੈਂਸ਼ੀਅਲ ਜਿਹੜਾ ਬੇਸਿਕ ਮਟੀਰੀਅਲਸ ਹੈ, ਠੀਕ ਹੈ, ਕਿ ਬੈਂਚਿਸ, ਚੇਅਰ ਹੈ ਨਾ, ਟੋਇਲਟਸ, ਕਲੀਨਿੰਗ ਡਰਿੰਕਿੰਗ ਵਾਟਰ ਹੈ ਨਾ, ਕਲੀਨ, ਅਤੇ ਇਹ ਤੁਹਾਡੀਆਂ ਬੇਸਿਕ ਨੀਡਸ ਨੇ, ਇਹ ਤਾਂ ਹੋਣੀਆਂ ਚਾਹੀਦੀਆਂ ਹੀ ਨੇ। ਠੀਕ ਹੈ ਜੀ, ਅਗਲਾ ਕੁਐਸਚਨ ਦੇਖਦੇ ਜੀ। ਕੰਜੰਕਸ਼ਨਸ ਆਰ, ਕੰਜੰਕਸ਼ਨਸ ਕੀ ਹੁੰਦੇ ਆ ਜੀ? ਡਿਸਕ੍ਰਿਪਟਿਵ ਵਰਡ, ਸਬਸਟੀਟਿਊਟ ਵਰਡ, ਫੰਕਸ਼ਨ ਵਰਡ ਜਾਂ ਕੰਟੈਂਟ ਵਰਡ। ਸੋ ਜਿਹੜੇ ਇਹ ਹੁੰਦੇ ਨੇ ਜੀ, ਜਿਹੜੇ ਕੰਜੰਕਸ਼ਨ ਹੁੰਦੇ ਨੇ ਉਹ ਹੁੰਦੇ ਨੇ ਜੀ ਫੰਕਸ਼ਨ ਵਰਡਸ। ਵਿਚ ਟਾਈਪ ਆਫ ਗ੍ਰਾਮਰ ਬਿਲੀਵਸ ਇਨ ਚੇਂਜ ਅਲੋਂਗ ਵਿਦ ਦ ਚੇਂਜ ਇਨ ਦ ਲੈਂਗੁਏਜ? ਫਾਰਮਲ, ਫੰਕਸ਼ਨਲ, ਬੋਥ ਏ ਐਂਡ ਬੀ, ਜਾਂ ਫਿਰ ਨਨ ਆਫ ਦਾ ਅਬਵ। ਸੋ ਜਿਹੜੀ ਫੰਕਸ਼ਨਲ ਗ੍ਰਾਮਰ ਹੈ ਇਹ ਬਿਲੀਵ ਕਰਦੇ ਨੇ ਕਿ ਮਤਲਬ ਜਦੋਂ ਲੈਂਗੁਏਜ 'ਚ ਚੇਂਜ ਆਵੇ ਤਾਂ ਗ੍ਰਾਮਰ ਦੇ ਵਿੱਚ ਵੀ ਜਿਹੜਾ ਚੇਂਜ ਆਵੇ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਹੈ ਜੀ, ਵਿਚ ਮੈਥਡ ਆਫ ਟੀਚਿੰਗ ਗ੍ਰਾਮਰ ਡਜ਼ਨਟ ਰਿਲਾਈਜ਼ ਦ ਨੈਸੈਸਿਟੀ ਆਫ ਐਸੋਸੀਏਟਿੰਗ ਥੋਟ ਵਿਦ ਐਕਸਪ੍ਰੈਸ਼ਨ। ਵਿਚ ਮੈਥਡ ਜਿਹੜਾ ਹੈ ਟੀਚਿੰਗ ਗ੍ਰਾਮਰ ਦੇ ਵਿੱਚ ਡਜ਼ਨਟ ਰਿਲਾਈਜ਼ ਦ ਨੈਸੈਸਿਟੀ ਆਫ ਥੋਟ ਵਿਦ ਐਕਸਪ੍ਰੈਸ਼ਨ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਡਿਡਕਟਿਵ ਮੈਥਡ ਜਿਹੜਾ ਹੈ ਬਿਲਕੁਲ ਵੀ ਜਿਹੜਾ ਇਹਦੇ ਨਾਲ ਐਸੋਸੀਏਟ ਜਿਹੜਾ ਨਹੀਂ ਕਰਦਾ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਇੰਟਰੋਡਕਸ਼ਨ ਆਫ ਵਿਚ ਟਾਈਪ ਆਫ ਕੰਪੋਜੀਸ਼ਨ ਐਟ ਦਾ ਅਰਲੀ ਸਟੇਜ ਮੇ ਡਿਵੈਲਪ ਹੈਬਿਟ ਆਫ ਕਾਪੀਇੰਗ ਫਰੋਮ ਚੀਪ ਬੁੱਕਸ। ਠੀਕ ਹੈ ਜੀ, ਇੰਟਰੋਡਕਸ਼ਨ ਆਫ ਵਿਚ ਟਾਈਪ ਆਫ ਕੰਪੋਜ਼ਿਟ ਐਟ ਦਾ अर्ली stage may develop habit of copying from cheap books? controlled composition, guided composition, free composition ਜਾਂ creative। ਸੋ ਜਿਹੜੇ ਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਸੀ ਹੈ ਜੀ, ਫਰੀ ਕੰਪੋਜੀਸ਼ਨ। ਠੀਕ ਹੈ ਜੀ, ਇਹਦੇ ਨਾਲ ਬੱਚੇ ਹੈਬਿਟ ਲੱਗ ਜਾਂਦੀ ਹੈ ਜੀ ਕਾਪਿੰਗ ਫਰੋਮ ਚੀਪ ਬੁੱਕਸ। ਠੀਕ ਹੈ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਮੂਵੇਬਲ ਔਰਗਨ ਆਫ ਸਪੀਚ। ਠੀਕ ਹੈ ਜੀ, ਕਿਹੜਾ ਇਹਦੇ ਵਿੱਚੋਂ ਨੋਟ ਅ ਮੂਵੇਬਲ ਔਰਗਨ ਆਫ ਸਪੀਚ? ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, ਐਲਵਿਓਲਰ ਰਿਡਜ। ਠੀਕ ਹੈ, ਬਾਕੀ ਸਾਰੇ ਜਿਹੜੇ ਹੈ ਇਹ ਮੂਵੇਬਲ ਹੁੰਦੇ ਨੇ। ਠੀਕ ਹੈ ਜੀ, ਸੋ ਜਿਹੜਾ ਡੀ ਆਪਸ਼ਨ ਹੈ ਬਿਲਕੁਲ ਸਹੀ ਹੈ। ਹੂ ਕਲੇਮਡ ਲੈਂਗੁਏਜ ਐਜ਼ ਅ ਮੈਂਟਲ ਔਰਗਨ? ਮੈਂਟਲ ਔਰਗਨ ਜਿਹੜਾ ਹੈ ਲੈਂਗੁਏਜ ਨੂੰ ਕਿਹਨੇ ਕਲੇਮ ਕੀਤਾ ਸੀਗਾ? ਸੋ ਜਿਹੜਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਏ, ਨੋਮ ਚੋਮਸਕੀ। vocabulary required of a high school student for academic purpose is acquired by taught manner, by rote learning, built up gradually and incrementally through reading, ਜਾਂ D none of the above। ਸੋ ਜਿਹੜਾ ਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਸੀ। ਠੀਕ ਹੈ ਜੀ, build up gradually and incrementally through reading। अगला क्वेश्चन है विच ऑफ द फॉलोइंग स्टेटमेंट इज़ करैक्ट? ਕਿਹੜੀ ਆਪਸ਼ਨ ਜਿਹੜੀ ਚੋਂ ਕਰੈਕਟ ਹੈ ਕਿ ਗ੍ਰਾਮਰ ਕੈਨ ਬੀ ਇੰਟਰੋਡਿਊਸ ਆਫਟਰ ਬੇਸਿਕ ਲਿੰਗੁਇਸਟਿਕ ਕੰਪੀਟੈਂਸ ਇਜ਼ ਰਿਕੁਆਇਰਡ, ਜਾਂ ਗ੍ਰਾਮਰ ਸਰਵ ਐਜ਼ ਅ ਟੂਲ ਫॉर ਇਨਕਰੀਜ਼ਿੰਗ ਦ ਲੈਂਗੁਏਜ ਰੈਪਰਟਿਓਰ। ਠੀਕ ਹੈ, ਜਾਂ ਗ੍ਰਾਮਰ ਇਜ਼ ਅ ਟੂਲ ਫॉर ਅੰਡਰਸਟੈਂਡਿੰਗ ਦ ਕੰਸਟਰਕਸ਼ਨਸ ਆਫ ਟੈਕਸਟ। ਠੀਕ ਹੈ ਜੀ, ਰਿਟੋਰਿਕ ਐਂਡ ਆਰਗੂਮੈਂਟੇਸ਼ਨ, ਜਾਂ ਆਲ ਆਫ ਦ ਅਬਵ। ਠੀਕ ਹੈ ਜੀ, ਸੋ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਆਪਸ਼ਨ ਨੰਬਰ ਡੀ ਹੈ ਜੀ, ਆਲ ਆਫ ਦਾ ਅਬਵ। ਜਿਹੜੀਆਂ ਤਿੰਨੇ ਉੱਪਰਲੀਆਂ ਚੀਜ਼ਾਂ ਨੇ, ਤਿੰਨੇ ਆਪਸ਼ਨਸ ਬਿਲਕੁਲ ਸਹੀ ਨੇ। ਠੀਕ ਹੈ ਜੀ, ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਵਿਚ ਲੈਂਗੁਏਜ ਇਜ਼ ਦਾ ਸਿੰਗਲ ਐਨਸੈਸਟਰ ਆਫ ਮੈਨੀ ਲੈਂਗੁਏਜਿਸ ਆਫ ਦਾ ਵਰਲਡ? ਠੀਕ ਹੈ ਜੀ, ਸੋ ਜਿਹੜਾ ਇਹਦਾ ਕਿਹੜਾ ਆਨਸਰ ਹੈ ਜੀ? ਜਰਮਨ, ਇੰਗਲਿਸ਼, ਜਾਂ ਪ੍ਰੋਟੋ ਇੰਡੋ ਯੂਰੋਪੀਅਨ, ਜਾਂ ਨਨ ਆਫ ਦੀਜ਼। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਜੀ ਆਪਸ਼ਨ ਨੰਬਰ ਸੀ, ਪ੍ਰੋਟੋ ਇੰਡੋ ਯੂਰੋਪੀਅਨ। ਠੀਕ ਹੈ ਜੀ,
सो दैट लैंग्वेजेस कैन बी लर्नड इज़ अ, ठीक है, दैट लैंग्वेजेस कैन बी लर्नड इज़ अ मिथ, ट्रुथ, हरसी या फिक्शन। सो जोड़ा ऑप्शन नंबर बी बिल्कुल सही है जी, ट्रुथ। ठीक है जी। सो अगला क्वेश्चन देखते हैं जी। इंग्लिश केम टू इंडिया अबाउट 200 ईयर्स अगो, 500 ईयर्स अगो, 15 या 1947। सो जोड़ा इसका आंसर है जी ए बिल्कुल सही है जी, 200 ईयर्स अगो। 39 देखते हैं जी। ग्लोटिस इज द स्पेस बिटवीन द बैक ऑफ द टंग एंड द बैक वॉल ऑफ द थ्रोट, स्पेस बिटवीन वोकल कोड, पार्ट लाइंग ओपोजिट टू द हार्ड पैलेट या पार्ट लाइंग ओपोजिट टू द सॉफ्ट पैलेट। सो ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਸਪੇਸ ਬਿਟਵੀਨ। ਜਿਹੜੇ ਆਪਣੇ ਵੋਕਲ ਕੋਰਡਸ ਦੇ ਵਿੱਚ ਜਿਹੜੀ ਸਪੇਸ ਹੁੰਦੀ ਉਹਨੂੰ ਗਲੋਟਿਸ ਕਹਿੰਦੇ ਆ। ਠੀਕ ਹੈ ਜੀ। ਮੋਸਟ ਆਫ ਦ ਇੰਡੀਅਨਸ ਯੂਜ਼ ਇੰਗਲਿਸ਼ ਐਜ਼ देयर ਮਦਰ ਟੰਗ, ਐਜ਼ ਅ ਸੈਕੰਡ ਲੈਂਗੁਏਜ, ਐਜ਼ ਅ ਥਰਡ ਲੈਂਗੁਏਜ ਜਾਂ ਐਜ਼ ਅ ਫੋਰਨ ਲੈਂਗੁਏਜ। ਠੀਕ ਹੈ ਜੀ। ਦੇਖੋ ਫਸਟ ਲੈਂਗੁਏਜ ਮੋਸਟਲੀ ਤਾਂ ਹਿੰਦੀ ਹੈ। ਠੀਕ ਹੈ ਜੀ। ਔਰ ਜਿਹੜੀ ਸੈਕੰਡ ਲੈਂਗੁਏਜ ਹੈ ਉਹ ਹੈ ਜੀ इंग्लिश। ठीक है, जो इसका सही आंसर है वो है जी ऑप्शन नंबर बी, इंग्लिश। इंग्लिश एज अ सैकेंड लैंग्वेज। ठीक है। सो अगला क्वेश्चन देखते हैं जी। इन विच ऑफ दीज वर्ड्स इज़ द साउंड टी फाउंड। ठीक है जी। सो कहते कि किहड़ा वर्ड है जिहदे विच इस जिहड़ी साउंड है आंदी है टी दी। ठीक है, ची दी आपां कह सकते हैं। ठीक है। सो वो है जी ऑप्शन नंबर ए, चर्च। ठीक है जी। सो अगला क्वेश्चन देखते हैं। इंग्लिश इज़ गिवन द स्टेटस ऑफ, ठीक है, ऑफिशियल लैंग्वेज ऑफ इंडिया, इंटरनेशनल लैंग्वेज ऑफ इंडिया, एसोसीएट ऑफिशियल लैंग्वेज ऑफ इंडिया या नैशनल लैंग्वेज ऑफ इंडिया। सो बिल्कुल ये आप लास्ट टाइम क्वेश्चन भी किया सी कि जी इंग्लिश है, ठीक है जी, वो इंडियन कॉन्स्टिट्यूशन दे विच वो है जी एसोसीएट जी है ऑफिशियल लैंग्वेज ऑफ इंडिया है। ठीक है जी। ऑफिशियल लैंग्वेज जी हिंदी है और एसोसीएट जी है वो है इंग्लिश। 41 दे दें। विच अमंग द फॉलोइंग इज़ रिसैप्टिव स्किल। इन्हें जो केड़ा जड़ा है रिसैप्टिव स्किल है, लिसनिंग है, राइटिंग है, स्पीकिंग है या नन ऑफ दीज। सो जो सही आंसर वो है जी ऑप्शन नंबर ए, लिसनिंग। सैकेंड लैंग्वेज इज़ लर्नड द बेस्ट बाय। सैकेंड लैंग्वेज जी है बेस्ट किदा सीखी जा सकती है? वाचिंग मूवीज़ इन सैकेंड लैंग्वेज, ट्रांसलेटिंग द सैकेंड लैंग्वेज इनटू फर्स्ट लैंग्वेज, लर्निंग द ग्रामेटिकल रूल्स ऑफ कंबाइनिंग सेंटेंसेस इन सैकेंड लैंग्वेज या गिविंग लर्नर्स मैक्सिमम अपॉर्चुनिटीज़ टू कम्युनिकेट इन सैकेंड लैंग्वेज। सो सी डी ऑप्शन बिल्कुल सही है कि मैक्सिमम अपॉर्चुनिटीज़ टू कम्युनिकेट इन सैकेंड लैंग्वेज। 42 देखते हैं जी। वट शुड बी प्रॉपर ऑर्डर ऑफ लर्निंग इंग्लिश लैंग्वेज। सो जी है इंग्लिश लैंग्वेज जी है सीखण दे विच जिहड़ा इहदा एक प्रॉपर ऑर्डर की है। सो जिवें मैं उदन भी गल कीता सीगा कि स्टार्टिंग हमेशा लिसनिंग तो हुंदी है, सुनण च ते खत्म हुंदा राइटिंग च। सो देखिए किहड़ी ऑप्शन दे विच सब तो पहला लिसनिंग है। देखो बी ऑप्शन पहला लिसनिंग है फिर राइटिंग है। सो बच्चा पहला सुनना सीखता है, फिर बोलना, फिर पढ़ना ते लास्ट च लिखना। सो जोड़ा इसका ऑर्डर है इनू तुसीं इदां याद रख सकते हैं कि LSRW। ठीक है, LSRW। सो अगला क्वेश्चन देखते हैं। लैंग्वेज लैबोरेटरी इज़ हेल्पफुल इन डिवेलपिंग प्रोफिशेंसी इन लिसनिंग, स्पीकिंग, रीडिंग, राइटिंग। ठीक है, इन्होंने किन्हां ते जी है लैंग्वेज जी लैबोरेटरी है जी वो हेल्पफुल होंगी है। सो जोड़ा इसका सही आंसर है ऑप्शन नंबर बी सही है जी, 1 और 2। मतलब लिसनिंग और स्पीकिंग दे विच जी लैबोरेटरी जी है वो ज़्यादा काम करती है। ठीक है, हेल्पफुल होंगी है। स्टूडेंट्स नीड टू ब्रेनस्टॉर्म आइडियाज़, ऑर्गेनाइज दैम, ड्राफ्ट, एडिट, रिवाइज देयर वर्क इज़ अ प्रोसैस रिलेटेड रीडिंग स्किल, राइटिंग स्किल, लिसनिंग स्किल या फिर स्पीकिंग स्किल। सो जो इसका सही आंसर है वो है जी बी, राइटिंग स्किल्स। ठीक है जी। ऑर्गेनाइज करते जो असीं आइडियाज़ नूं ऑर्गेनाइज करते हैं, ड्राफ्ट, एडिट, रिवाइज करते हैं, सो वो साड़ियाँ राइटिंग स्किल्स दे विच आंदा है। ठीक है जी। सो 34 क्वेश्चन है। विच ऑफ द फॉलोइंग सिस्टम्स ऑफ लैंग्वेज रेफर्स टू द सिस्टम ऑफ मीनिंग।
ਠੀਕ ਹੈ ਜੀ। ਸੋ ਵਿਚ ਆਫ ਦ ਫੋਲੋਇੰਗ ਸਿਸਟਮ ਆਫ ਲੈਂਗੁਏਜ ਰੈਫਰਸ ਟੂ ਦਾ ਸਿਸਟਮ ਆਫ ਮੀਨਿੰਗਸ ਦੀ ਜਿਹੜੀ ਗੱਲ ਹੈ ਉਹ ਇਹਨਾਂ ਵਿੱਚੋਂ ਕਿਹੜਾ ਸਿਸਟਮ ਕਰਦਾ ਹੈ। ਸੋ ਆਪਾਂ ਲਾਸਟ 'ਚ ਗੱਲ ਕੀਤੀ ਸੀ ਕਿ ਜਦੋਂ ਮੀਨਿੰਗਸ ਦੀ ਗੱਲ ਆਉਂਦੀ ਹੈ ਵਰਡ ਦੀ, ਸੋ ਉਹਦਾ ਉਹ ਹੁੰਦਾ ਹੈ ਜੀ ਸੀਮੈਂਟਿਕਸ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਰੀਨਾ is trying to learn how to spell the word practical. She repeats practical to herself several times until she can spell the word. This memory strategy she is using. ਹੁਣ ਜਿਹੜੀ ਉਹ ਚੀਜ਼ ਨੂੰ ਯੂਜ਼ ਕਰ ਰਹੀ ਹੈ ਤਾਂ ਉਸ ਨੂੰ ਕੀ ਕਹਿੰਦੇ ਆ ਇੰਗਲਿਸ਼? ਇਲੈਬੋਰੇਸ਼ਨ, ਔਰਗੇਨਾਈਜੇਸ਼ਨ, ਮੈਨਮੋਨਿਕਸ ਜਾਂ ਰਿਹਰਸਲ। ਸੋ ਇਹਦਾ ਸਹੀ ਆਨਸਰ ਹੈ ਰਿਹਰਸਲ। ਠੀਕ ਹੈ, ਜਦੋਂ ਅਸੀਂ ਕਿਸੇ ਚੀਜ਼ ਨੂੰ ਬਾਰ-ਬਾਰ ਆਪਣੇ ਆਪ ਨੂੰ ਬੋਲ ਕੇ ਸੁਣਾਉਂਦੇ ਹਾਂ ਸੈਵਰਲ ਟਾਈਮਸ, ਸੋ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਰਿਹਰਸਲ। ਨੈਕਸਟ ਦੇਖਦੇ ਹਾਂ ਜੀ। ਕਹਿੰਦੇ ਕਿ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ। ਕਿਹੜੀ ਜਿਹੜੀ ਹੈ ਟਰੂ ਇਹਨਾਂ 'ਚੋਂ ਨਹੀਂ ਹੈ? ਡਿਕਟੇਸ਼ਨ ਕੈਨ ਹੈਲਪ ਇਨ ਟੀਚਿੰਗ ਸਪੈਲਿੰਗ, ਟਰਾਂਸਕ੍ਰਿਪਸ਼ਨ ਕੈਨ ਬੀ ਯੂਜ਼ਡ ਫॉर ਪ੍ਰੈਕਟਿਸਿੰਗ ਰਾਈਟਿੰਗ, substitution tables may be used for teaching a new construction of a sentence, ਜਾਂ in a good composition ideas should be placed in a logical sequence। ਸੋ ਜਿਹੜਾ ਇਹਦਾ ਸਹੀ ਆਨਸਰ ਆਪਸ਼ਨ ਨੰਬਰ ਏ ਬਿਲਕੁਲ ਸਹੀ ਹੈ ਕਿ ਡਿਕਟੇਸ਼ਨ ਜਿਹੜਾ ਹੈ ਕੈਨ ਹੈਲਪ ਇਨ ਟੀਚਿੰਗ ਸਪੈਲਿੰਗ, ਇਹ ਬਿਲਕੁਲ ਗਲਤ ਹੈ। ਠੀਕ ਹੈ ਜੀ। ਅਗਲਾ ਦੇਖਦੇ ਹਾਂ ਜੀ 46 ਕਿ ਸੁਮਨ ਇਜ਼ ਅਨੇਬਲ ਟੂ ਪ੍ਰੋਨਾਊਂਸ ਦਾ ਵਰਡ ਸਮਾਈਲ ਐਂਡ ਸਕੂਲ ਕਲੀਅਰਲੀ। ਠੀਕ ਹੈ, ਐਜ਼ ਹਰ ਟੀਚਰ ਵਟ ਸਟ੍ਰੈਟਜੀ ਵੁੱਡ ਯੂ ਥਿੰਕ ਮੋਸਟ ਐਪਰੋਪਰੀਏਟ ਇਨ ਦ ਸਿਚੁਏਸ਼ਨ। ਠੀਕ ਹੈ ਜੀ। ਸੋ ਕੋਈ ਬੱਚਾ ਹੈ ਜਿਹੜਾ ਕਿ ਸਮਾਈਲ ਔਰ ਸਕੂਲ ਜਿਹੜਾ ਉਹ ਕਲੀਅਰ ਨਹੀਂ ਬੱਚਾ ਪ੍ਰੋਨਾਊਂਸ ਕਰ ਪਾ ਰਿਹਾ, ਸੋ ਟੀਚਰ ਦੀ ਕੀ ਸਟ੍ਰੈਟਜੀ ਹੋਏਗੀ ਕਿ ਮੇਕ ਸੁਮਨ ਰਿਪੀਟ ਦਾ ਵਰਡ ਮੈਨੀ ਟਾਈਮਸ। ਬਿਲਕੁਲ ਗਲਤ। ਮੇਕ ਸੁਮਨ ਪ੍ਰੋਨਾਊਂਸ ਦੀਜ਼ ਵਰਡ ਆਫਟਰ ਲਿਸਨਿੰਗ ਐਂਡ ਅੰਡਰਸਟੈਂਡਿੰਗ ਦਾ ਮੀਨਿੰਗ ਐਂਡ ਸਾਊਂਡ ਪੈਟਰਨ ਆਫ ਦਾ ਵਰਡ and appreciate her when she pronounce them correctly, ਜਾਂ humiliate Suman by isolating her and asking her to repeat। ਦੇਖੋ ਹਿਮਲੀਏਟ ਤਾਂ ਅਸੀਂ ਨਹੀਂ ਕਰ ਸਕਦੇ ਕਿਸੇ ਬੱਚੇ ਨੂੰ, ਸੋ ਇਹ ਵੀ ਆਪਸ਼ਨ ਗਲਤ ਹੈ। ਜਾਂ ਡੀ ਆਪਸ਼ਨ ਹੈ ਆਸਕਿੰਗ ਦਾ ਇੰਟਾਇਰ ਕਲਾਸ ਟੂ ਰਿਪੀਟ ਦਾ ਵਰਡ ਐਂਡ ਲੈਟ ਸੁਮਨ ਲਿਸਨ ਟੂ ਦੈਮ, ਸੋ ਇਹ ਵੀ ਗਲਤ ਹੈ। ਬੀ ਆਪਸ਼ਨ ਬੜਾ ਜਿਹੜਾ ਬਿਲਕੁਲ ਸਹੀ ਹੈ। ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ ਆਪਾਂ। If a student is asked to write as essay on if I were a king, we are asking him to write ਠੀਕ ਹੈ, ਅਗਰ ਬੱਚੇ ਨੂੰ ਕਿਹਾ ਜਾਵੇ ਕਿ ਰਾਈਟ ਐਨ ਐਸੇ ਔਨ ਇਫ ਆਈ ਵਰ ਅ ਕਿੰਗ, ਠੀਕ ਹੈ, ਵੀ ਆਰ ਆਸਕਿੰਗ ਹਿਮ ਟੂ ਰਾਈਟ ਡਿਸਕ੍ਰਿਪਟਿਵ ਐਸੇ, ਰਿਫਲੈਕਟਿਵ ਐਸੇ, ਐਕਸਪੋਜ਼ਿਟਰੀ ਐਸੇ ਜਾਂ ਇਮੈਜੀਨੇਟਿਵ ਐਸੇ। ਠੀਕ ਹੈ ਜੀ। ਹੁਣ ਇਹਦੇ ਵਿੱਚ ਅਸੀਂ ਬੱਚੇ ਨੂੰ ਇਮੈਜਿਨ ਕਰਨ ਲਈ ਕਹਿ ਰਿਹਾ ਹੈ ਕਿ ਇਫ ਕਿ ਮੈਂ ਅਗਰ ਕਿੰਗ ਹੁੰਦਾ ਹੈ ਨਾ ਜਾਂ ਮੈਂ, ਠੀਕ ਹੈ, ਸੋ ਇਹਦੇ ਵਿੱਚ ਬੱਚੇ ਨੇ ਹੁਣ ਇਮੈਜੀਨੇਟਿਵ ਜਿਹੜਾ ਹੈ ਐਸੇ ਲਿਖਣਾ ਹੈ। ਸੋ ਇਹਦਾ ਆਨਸਰ ਵੀ ਹੇਅਰ ਕੀ ਹੈ ਜੀ? ਇਮੈਜੀਨੇਟਿਵ। ਠੀਕ ਹੈ। ਸੋ 37 ਹੈ ਜੀ ਗਰੁੱਪਿੰਗ ਦਾ ਸਿਸਟਮ ਆਫ ਲੈਂਗੁਏਜਿਸ ਮੀਨ। ਠੀਕ ਹੈ ਜੀ। ਕੀ ਕਹਿੰਦੇ ਉਹਨੂੰ? ਗਰੁੱਪਿੰਗ ਆਫ ਸਾਊਂਡ, ਗਰੁੱਪਿੰਗ ਆਫ ਵਰਡ, ਗਰੁੱਪਿੰਗ ਆਫ ਫਰੇਜ਼ ਐਂਡ ਮੀਨਿੰਗ, ਜਾਂ ਗਰੁੱਪਿੰਗ ਆਫ ਸਾਊਂਡ, ਵਰਡ, ਫਰੇਜ਼ ਜਾਂ ਮੀਨਿੰਗ। ਸੋ ਡੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ ਜੀ। ਸਿਸਟਮ ਜਿਹੜਾ ਕਹਿੰਦੇ ਹਾਂ ਆਪਾਂ ਲੈਂਗੁਏਜ ਦੇ ਕਿਸੇ ਨੂੰ, ਅਤੇ ਉਹਦੇ ਵਿੱਚ ਸਾਊਂਡ, ਵਰਡ, ਫਰੇਜ਼ ਔਰ ਮੀਨਿੰਗ ਸਭ ਕੁਛ ਆ ਜਾਂਦਾ ਹੈ। ਕੈਲਪ ਰੈਫਰਸ ਟੂ, CALP ਰੈਫਰਸ ਟੂ, ਇਹਦਾ ਹੀ ਆਪਾਂ ਫੁੱਲ ਫਾਰਮ ਦੱਸਣੀ ਹੈ ਕਿ ਕਮਿਊਨੀਕੇਟਿਵ ਅਕੈਡਮਿਕ ਲੈਂਗੁਏਜ ਪ੍ਰੋਫੀਸ਼ੈਂਸੀ, ਕੋਗਨੀਟਿਵ ਅਕੈਡਮਿਕ ਲੈਂਗੁਏਜ ਪ੍ਰੋਫੀਸ਼ੈਂਸੀ, ਕੋਗਨੀਟਿਵ ਅਕੈਡਮਿਕ ਲਰਨਿੰਗ ਪ੍ਰੋਫੀਸ਼ੈਂਸੀ ਜਾਂ ਕਮਿਊਨੀਕੇਟਿਵ ਅਕੈਡਮਿਕ ਲਰਨਿੰਗ ਪ੍ਰੋਫੀਸ਼ੈਂਸੀ। ਸੋ ਬੀ ਆਪਸ਼ਨ ਜਿਹੜਾ ਬਿਲਕੁਲ ਇਹਦਾ ਸਹੀ ਜਵਾਬ ਹੈ, ਕੋਗਨੀਟਿਵ ਅਕੈਡਮਿਕ ਲੈਂਗੁਏਜ ਪ੍ਰੋਫੀਸ਼ੈਂਸੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ ਕਿ ਵਿਚ ਵਨ ਆਫ ਦੀਜ਼ ਡਜ਼ਨਟ ਰੈਫਰ ਟੂ ਚੋਮਸਕੀਅਨ ਪ੍ਰੋਸਪੈਕਟਿਵ। ਇਹਨਾਂ ਵਿੱਚੋਂ ਕਿਹੜਾ ਜਿਹੜਾ ਇੱਕ ਹੈ ਚੋਮਸਕੀਅਨ ਜਿਹੜਾ ਪ੍ਰਸਪੈਕਟਿਵ ਨੂੰ ਜਿਹੜਾ ਨਹੀਂ ਰੈਫਰ ਕਰਦਾ। ਠੀਕ ਹੈ ਜੀ। all children successfully acquire their native language, children have an innate ability to discover for the themselves underlying rule of language, imitation and practice are primary process in language development, ਜਾਂ children are biologically programmed for language। ਠੀਕ ਹੈ ਜੀ। ਸੋ ਇਹਦਾ ਜਿਹੜਾ ਸਹੀ ਆਨਸਰ ਹੈ ਜੀ ਸੀ ਹੈ, ਜਿਹੜਾ ਰੈਫਰ ਇਹਨੂੰ ਨਹੀਂ ਕਰ ਰਿਹਾ ਕਿ ਇਮੀਟੇਸ਼ਨ ਅਤੇ ਜਿਹੜੀ ਪ੍ਰੈਕਟਿਸ ਆਰ ਪ੍ਰਾਇਮਰੀ ਪ੍ਰੋਸੈਸ ਹੁੰਦਾ ਹੈ ਲੈਂਗੁਏਜ ਡਿਵੈਲਪਮੈਂਟ ਦੇ ਵਿੱਚ। ਸੋ ਜਿਹੜਾ ਇਹ ਬਿਲਕੁਲ ਗਲਤ ਹੈ।
49th क्वेश्चन देखते हैं जी। लैंग्वेज लैबोरेटरी इज़ प्राइमरली यूज्ड फॉर लैंग्वेज टीचिंग। लैंग्वेज लैबोरेटरी इज़ प्राइमरली यूज्ड फॉर लैंग्वेज टीचिंग टू help the learner improve their language in journal, make the language lesson easy and interesting, help learners identify and rectify their error, या make teacher task less burdensome। ठीक है जी। सो ਜਿਹੜਾ ਇਹਦਾ ਸਹੀ ਆਨਸਰ ਹੈ ਉਹ ਆਪਸ਼ਨ ਨੰਬਰ ਸੀ ਹੈ ਜੀ। ਠੀਕ ਹੈ ਕਿ ਹੈਲਪ ਲਰਨਰ ਆਈਡੈਂਟੀਫਾਈ ਐਂਡ ਰੈਕਟੀਫਾਈ देयर एरर। ਅਗਲਾ ਕੁਐਸਚਨ ਦੇਖਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਇਜ਼ ਐਨ ਇਨਕਰੈਕਟ ਅਜ਼ੰਪਸ਼ਨ ਇਨ ਲੈਂਗੁਏਜ ਟੀਚਿੰਗ। ਇਹਨਾਂ 'ਚੋਂ ਹੁਣ ਇਨਕਰੈਕਟ ਜਿਹੜੀ ਅਜ਼ੰਪਸ਼ਨ ਆਪਾਂ ਦੇਖਣੀ ਹੈ। ਲਰਨਰ ਐਕਵਾਇਰ ਲੈਂਗੁਏਜ ਬਾਈ ਟਰਾਈਂਗ ਟੂ ਯੂਜ਼ ਇਟ ਇਨ ਅ ਰੀਅਲ ਸਿਚੁਏਸ਼ਨ, ਜਾਂ ਲਰਨਰਸ ਫਸਟ ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ ਇਨ ਲਰਨਿੰਗ, ਲੈਂਗੁਏਜ ਟੀਚਿੰਗ ਸ਼ੁੱਡ ਹੈਵ ਫੋਕਸ ਇਨ ਕਮਿਊਨੀਕੇਟਿਵ ਐਕਟੀਵਿਟੀਜ਼, ਜਾਂ ਲੈਂਗੁਏਜ ਟੀਚਿੰਗ ਸ਼ੁੱਡ ਗਿਵ ਇੰਪੋਰਟੈਂਸ ਟੂ ਰਾਈਟਿੰਗ ਰੈਦਰ ਦੈਨ ਸਪੀਚ। ਸੋ ਜਿਹੜੀ ਗਲਤ ਆਪਸ਼ਨ ਜਿਹੜੀ ਬਿਲਕੁਲ ਹੈ ਇਹਦੇ ਵਿੱਚ ਹੈ ਡੀ ਆਪਸ਼ਨ ਬਿਲਕੁਲ ਗਲਤ ਹੈ, ਬਾਕੀ ਸਾਰੀਆਂ ਜਿਹੜੀਆਂ ਸਹੀ ਸੀ ਆਪਸ਼ਨਸ। ਠੀਕ ਹੈ ਜੀ। ਸੋ ਆਪਣੇ ਕੁਐਸਚਨ ਦੇ ਅਕੋਰਡਿੰਗ ਆਪਣਾ ਡੀ ਆਨਸਰ ਸਹੀ ਹੈ। ਲਰਨਿੰਗ ਅ ਲੈਂਗੁਏਜ ਇਜ਼ ਅ ਗ੍ਰੈਜੂਅਲ ਪ੍ਰੋਸੈਸ, ਫਾਸਟ ਪ੍ਰੋਸੈਸ, ਇੰਸਟੈਂਟ ਪ੍ਰੋਸੈਸ, ਜਾਂ ਆਲ ਇਨਕਲੂਸਿਵ ਪ੍ਰੋਸੈਸ। ਠੀਕ ਹੈ, ਜਿਹੜਾ ਲਰਨਿੰਗ ਅ ਲੈਂਗੁਏਜ ਹੈ ਇਹ ਇੱਕ ਆਲ ਇਨਕਲੂਸਿਵ ਜਿਹੜਾ ਹੈ ਪ੍ਰੋਸੈਸ ਹੈ। ਠੀਕ ਹੈ ਜੀ। ਸੋ ਅਗਲਾ ਦੇਖਦੇ ਹਾਂ ਜੀ। ਸਟੱਡੀ ਆਫ ਮੀਨਿੰਗ ਇਨ ਅ ਲੈਂਗੁਏਜ ਇਜ਼ ਕਾਲਡ। ਲੈਂਗੁਏਜ ਦੇ ਵਿੱਚ ਤੁਸੀਂ ਮੀਨਿੰਗਸ ਦੀ ਗੱਲ ਕਰਦੇ ਹੋ ਉਹਨੂੰ ਆਪਾਂ ਕੀ ਕਹਿੰਦੇ ਹਾਂ, ਆਪਾਂ ਲਾਸਟ ਕਰਕੇ ਹਟੇ ਜੀ ਹੁਣੇ। ਆਪਸ਼ਨ ਨੰਬਰ ਬੀ ਸਮੈਂਟਿਕਸ ਜਿਹੜਾ ਹੈ ਉਹ ਵਰਡਸ ਜਿਹੜਾ ਹੈ ਸਟੱਡੀ ਆਫ ਮੀਨਿੰਗਸ ਹੁੰਦੇ। 50 question, how do the children learn the language? An understanding of this fact will be mostly used in। ठीक है जी। how do the children learn the language? An understanding of this fact will be mostly used deciding the homework of language, making the teaching methods of language more effective, organizing the text for language, ਜਾਂ giving the practice questions of the language। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ ਬੀ ਕਿ ਮੇਕਿੰਗ ਦਾ ਟੀਚਿੰਗ ਮੈਥਡ ਆਫ ਲੈਂਗੁਏਜ ਮੋਰ ਇਫੈਕਟਿਵ। ਅਗਲਾ ਕੁਐਸਚਨ ਦੇਖਦੇ ਹਾਂ ਜੀ। ਵੈਨ ਇਵੈਲੂਏਟਿੰਗ ਕ੍ਰੀਏਟਿਵ ਰਾਈਟਿੰਗ ਦਾ ਮੋਸਟ ਇੰਪੋਰਟੈਂਟ ਫੀਚਰ ਟੂ ਕੀਪ ਇਨ ਮਾਈਂਡ ਆਰ ਇਮੈਜੀਨੇਸ਼ਨ ਐਂਡ ਕੋਹਰੈਂਸ, ਇਮੈਜੀਨੇਸ਼ਨ ਐਂਡ ਕ੍ਰੀਏਟਿਵਿਟੀ, ਇਮੈਜੀਨੇਸ਼ਨ ਐਂਡ ਯੂਨਿਟੀ, ਜਾਂ ਇਮੈਜੀਨੇਸ਼ਨ ਐਂਡ ਨੌਲੇਜ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਇਮੈਜੀਨੇਸ਼ਨ ਐਂਡ ਯੂਨਿਟੀ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ। ਪਹਿਲਾਂ ਆਪਾਂ ਦੇਖ ਲੈਂਦੇ ਹਾਂ 58th ਕੁਐਸਚਨ। ਅ ਲੈਂਗੁਏਜ ਟੀਚਰ ਸ਼ੁੱਡ ਅਸੈਸ ਦਾ ਚਾਈਲਡ ਔਨ ਦਾ ਬੇਸਿਸ ਆਫ। ਠੀਕ ਹੈ ਜੀ। ਅ ਲੈਂਗੁਏਜ ਟੀਚਰ ਸ਼ੁੱਡ ਅਸੈਸ ਦਾ ਚਾਈਲਡ ਔਨ ਦਾ ਬੇਸਿਸ ਆਫ ਹਰ ਕੰਪਰੀਹੈਂਸ਼ਨ ਆਫ ਵਟ ਹੀ ਸ਼ੀ ਲਿਸਨ ਟੂ ਐਂਡ ਰੀਡ, ਜਾਂ ਐਬਿਲਿਟੀ ਟੂ ਐਕਸਪ੍ਰੈਸ ਥਰੂ ਸਪੀਚ ਐਂਡ ਰਾਈਟਿੰਗ, ਨਾਈਦਰ ਏ ਨੋਰ ਬੀ, ਜਾਂ ਬੋਥ ਏ ਐਂਡ ਬੀ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਜੀ ਆਪਸ਼ਨ ਨੰਬਰ ਡੀ ਹੈ ਜੀ ਬੋਥ ਏ ਐਂਡ ਬੀ। ਅਸੀਂ ਦੋਨਾਂ ਚੀਜ਼ਾਂ ਦੇ ਨਾਲ ਹੀ ਬੱਚੇ ਦੀ ਜਿਹੜੀ ਇਹ ਲੈਂਗੁਏਜ ਜਿਹੜੀ ਹੈ ਜਾਂ ਬੱਚੇ ਨੂੰ ਅਸੀਂ ਜਿਹੜਾ ਅਸੈਸ ਕਰ ਸਕਦੇ ਹਾਂ। ਔਰਲ ਟੈਸਟ ਕੈਨ ਬੀ ਫਾਰਮਲ, ਇਨਫਾਰਮਲ, ਨਾਈਦਰ ਏ ਨੋਰ ਬੀ, ਜਾਂ ਬੋਥ ਏ ਐਂਡ ਬੀ। ਸੋ ਜਿਹੜੇ ਔਰਲ ਟੈਸਟ ਨੇ ਉਹ ਕੀ ਹੈ ਨਹੀਂ ਜੀ ਇਹ ਡੀ ਆਪਸ਼ਨ ਇਹਦਾ ਬਿਲਕੁਲ ਸਹੀ ਹੈ ਬੋਥ ਏ ਐਂਡ ਬੀ। ਔਰ ਫਾਰਮਲ ਅਤੇ ਇਨਫਾਰਮਲ ਦੋਨੋਂ ਤਰ੍ਹਾਂ ਦੇ ਜਿਹੜੇ ਹੋ ਸਕਦੇ ਆ। 52 ਕੁਐਸਚਨ ਦੇਖਦੇ ਹਾਂ ਜੀ। ਅਮੀਨਾ ਇਜ਼ ਅਨੇਬਲ ਟੂ ਪ੍ਰੋਨਾਊਂਸ ਦਾ ਵਰਡ ਸਮਾਈਲ ਐਂਡ ਸਕੂਲ ਕਲੀਅਰਲੀ ਐਜ਼ ਅ ਲੈਂਗੁਏਜ ਟੀਚਰ ਯੂ ਵਿਲ। ਇਹ ਆਪਾਂ ਹੁਣੇ ਕਰਕੇ ਹਟੇ ਹਾਂ। ਸੋ ਇਹਦਾ ਬੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ ਕਿ ਮੇਕ ਹਰ ਅਵੇਅਰ ਆਫ ਸਾਊਂਡ ਪੈਟਰਨ ਐਂਡ ਗੈਟ ਕਲਾਸ ਹੋਲ ਟੂ ਲਿਸਨ ਦੀਜ਼ ਵਰਡ ਥਰੂ ਆਡੀਓ ਵਿਜ਼ੂਅਲ ਜਿਹੜਾ ਮੀਡੀਅਮ। ਸੇਮ ਕੁਐਸਚਨ ਹੈ ਪਰ ਥੋੜ੍ਹੀਆਂ ਆਪਸ਼ਨਸ ਅਲੱਗ ਨੇ। ਠੀਕ ਹੈ ਜੀ। ਸੋ ਜਿਹੜਾ ਬੀ ਆਪਸ਼ਨ ਇਹਦਾ ਬਿਲਕੁਲ ਸਹੀ ਹੈ। 60 ਕੁਐਸਚਨ ਹੈ ਜੀ। ਵਿਚ ਆਫ ਦ ਫੋਲੋਇੰਗ ਫਾਲਸ ਇਨ ਦਾ ਕੈਟੇਗਰੀ ਆਫ ਨੋਨ ਕ੍ਰੀਏਟਿਵ ਲਿਟਰੇਚਰ। ਠੀਕ ਹੈ ਜੀ। ਇਹਨਾਂ ਵਿੱਚੋਂ ਜਿਹੜਾ ਨੋਨ ਕ੍ਰੀਏਟਿਵ ਲਿਟਰੇਚਰ ਜਿਹੜਾ ਇਹਨਾਂ 'ਚੋਂ ਕਿਹੜਾ ਹੈ। ਸੋ ਤੁਹਾਡੇ ਸਾਹਮਣੇ ਹੈ ਜੀ ਬਿਲਕੁਲ ਇੱਕ ਔਡ ਜੀ ਆਪਸ਼ਨ ਜਿਹੜੀ ਨਿਊਜ਼ ਪੇਪਰ ਹੈ। ਸੋ ਡੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। 61 ਕੁਐਸਚਨ ਦੇਖਦੇ ਹਾਂ ਜੀ। ਵਿਚ ਆਫ ਦਾ ਫੋਲੋਇੰਗ ਆਰ ਦਾ ਰੀਇਨਫੋਰਸਮੈਂਟ ਲੈਂਗੁਏਜ ਸਕਿੱਲ। ਇਹਨਾਂ 'ਚੋਂ ਰੀਇਨਫੋਰਸਮੈਂਟ ਲੈਂਗੁਏਜ ਸਕਿੱਲ ਕਿਹੜੀ ਹੈ ਜੀ।
ਸੋ ਲਿਸਨਿੰਗ, ਸਪੀਕਿੰਗ, ਰੀਡਿੰਗ, ਰਾਈਟਿੰਗ, ਲਿਸਨਿੰਗ, ਰੀਡਿੰਗ ਜਾਂ ਸਪੀਕਿੰਗ ਐਂਡ ਰਾਈਟਿੰਗ। ਸੋ ਰੀਡਿੰਗ ਐਂਡ ਜਿਹੜੀ ਰਾਈਟਿੰਗ ਹੈ ਉਹ ਰੇਨਫੋਰਸਮੈਂਟ ਲੈਂਗੁਏਜ ਸਕਿੱਲਸ ਹੈ, ਠੀਕ ਹੈ ਜੀ। 53rd ਦੇਖਦੇ ਹਾਂ ਜੀ, ਵਿਚ ਆਫ ਦਾ ਪ੍ਰਿੰਸੀਪਲ ਆਫ ਮਟੀਰੀਅਲਸ preparation for the language learning is that one of the principle of material preparation for language learning is that a complex material should be chosen, grading of material should be done, any kind of material can be chosen, yeah, a small amount of material should be introduced। ਸੋ ਜਿਹੜੇ ਦਾ ਸਹੀ ਆਨਸਰ ਆਪਸ਼ਨ ਨੰਬਰ ਬੀ ਕਿ ਗ੍ਰੇਡਿੰਗ ਆਫ ਮਟੀਰੀਅਲ ਸ਼ੁੱਡ ਬੀ ਡਨ, ਠੀਕ ਹੈ ਜੀ। ਸੋ 62nd ਕੁਐਸਚਨ ਦੇਖਦੇ ਹਾਂ ਜੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ, ਕਿਹੜੀ ਟਰੂ ਨਹੀਂ ਹੈਗੀ। ਰੀਡਿੰਗ ਇਜ਼ ਅ ਟਰਾਂਸਫਰੇਬਲ ਸਕਿੱਲ, ਮਦਰ ਟੰਗ ਰੀਡਿੰਗ ਫੇਲੀਅਰ ਡਜ਼ਨਟ ਐਡਵਰਸਲੀ ਅਫੈਕਟ ਸੈਕੰਡ ਲੈਂਗੁਏਜ ਰੀਡਿੰਗ, ਇੰਟੈਂਸਿਵ ਰੀਡਿੰਗ ਹੈਲਪਸ ਟੂ ਡਿਵੈਲਪ ਲਿੰਗੁਇਸਟਿਕ ਸਕਿੱਲ, ਜਾਂ ਆਈ ਸਪੈਨ ਇਜ਼ ਸਬ ਸਕਿੱਲ ਆਫ ਰੀਡਿੰਗ। ਬੀ ਆਪਸ਼ਨ ਜਿਹੜਾ ਬਿਲਕੁਲ ਜਿਹੜਾ ਟਰੂ ਨਹੀਂ ਹੈਗਾ ਜੀ, ਮਦਰ ਟੰਗ ਰੀਡਿੰਗ ਫੇਲੀਅਰ ਮਦਰ ਟੰਗ ਰੀਡਿੰਗ ਫੇਲੀਅਰ ਡਜ਼ਨਟ ਐਡਵਰਸਲੀ ਅਫੈਕਟ ਸੈਕੰਡ ਲੈਂਗੁਏਜ ਰੀਡਿੰਗ, ਠੀਕ ਹੈ ਜੀ। ਸੋ ਇਹ ਜਿਹੜਾ ਹੈ ਕੁਐਸਚਨ ਦੇ ਅਕੋਰਡਿੰਗ ਸਹੀ ਨਹੀਂ ਸੀ। ਇੱਕ ਕੁਐਸਚਨ ਆ ਰਹਿ ਗਿਆ ਸੀਗਾ ਜੀ ਕਿ ਦ ਸਟਰਕਚਰ ਹੀ ਗੋਜ਼ ਟੂ ਸਕੂਲ ਇਜ਼ ਆਫਨ ਪ੍ਰੋਡਿਊਸਡ ਬਾਈ ਲਰਨਰ ਡਿਊ ਟੂ, ਠੀਕ ਹੈ, ਹੀ ਗੋਜ਼ ਟੂ ਸਕੂਲ often produced by learner due to failure of intelligence, mother tongue inference, ਜਾਂ ਓਵਰ ਜਨਰਲਾਈਜ਼ ਆਫ ਰੂਲ ਜਾਂ ਰੋਂਗ ਟੀਚਿੰਗ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਡੀ ਹੈ ਜੀ, ਰੋਂਗ ਟੀਚਿੰਗ। ਸੋ ਅੱਗੇ ਚੱਲਦੇ ਹਾਂ ਆਪਾਂ ਜੀ। 65 question कि while evaluating recitation of a poem the teacher should focus more on learners pronunciation, ठीक है जी। अपना फिर आंदा है जी स्पीड, इनोटेशन एंड मॉड्यूलेशन, या फेशियल एक्सप्रैशन। ਕਿ ਬੱਚੇ ਨੂੰ ਪੋਇਮ ਜਿਹੜੇ ਆ ਪੜ੍ਹਾਉਣ ਲੱਗੇ, ਰਿਸਾਈਟ ਕਰਾਉਣ ਲੱਗੇ, ਟੀਚਰ ਨੂੰ ਜਿਹੜਾ ਹੈ ਮੋਰ ਫੋਕਸ ਕਿੱਥੇ ਕਰਨਾ ਚਾਹੀਦਾ ਹੈ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ ਸੀ, ਠੀਕ ਹੈ। ਇਹ ਪੰਜਾਬੀ ਪੈਡਾਗੋਜੀ 'ਚ ਵੀ ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਕਿ ਪੋਇਮ ਕਿੱਦਾਂ ਪੜ੍ਹਾਉਣੀ ਚਾਹੀਦੀ ਹੈ। ਸੋ ਇਨੋਟੇਸ਼ਨ ਅਤੇ ਮੋਡਿਊਲੇਸ਼ਨ, ਆਪਣੀ ਆਵਾਜ਼ ਦੇ ਵਿੱਚ ਮੋਡਿਊਲੇਸ਼ਨ ਕਰਕੇ, ਮੋਡੀਫਾਈ ਕਰਕੇ, ਜਾਂ ਉਤਾਰ ਚੜਾਵ, ਆਵਾਜ਼ ਨੂੰ ਕਦੀ ਧੀਮਾ ਕਰਕੇ, ਹੌਲੀ ਕਰਕੇ, ਜਾਂ ਕਈ ਵਾਰ ਤੇਜ਼ ਕਰਕੇ, ਠੀਕ ਹੈ ਜੀ। ਮਤਲਬ ਆਪਣੀ ਆਵਾਜ਼ ਦੇ ਵਿੱਚ ਬਦਲਾਵ ਲੈ ਕੇ ਆਉਣਾ ਹੈ, ਐਕਸਪ੍ਰੈਸ਼ਨਸ ਲੈ ਕੇ ਆਉਣੇ ਨੇ, ਠੀਕ ਹੈ ਜੀ। ਵਾਈਲ ਰਾਈਟਿੰਗ ਨੋਟਿਸ ਦ ਰਾਈਟਰ ਸ਼ੁੱਡ ਪ੍ਰੈਫਰ ਟੂ ਐਕਟਿਵ ਵੋਇਸ, ਪੈਸਿਵ ਵੋਇਸ, ਐਨੀ ਵੋਇਸ, ਜਾਂ ਨਨ ਆਫ ਦੀਸ। ਸੋ ਇਹਦਾ ਜਿਹੜਾ ਸਹੀ ਜਵਾਬ ਹੈ ਉਹ ਜੀ ਪੈਸਿਵ ਵੋਇਸ, ਰਾਈਟਿੰਗ ਏ ਨੋਟਿਸ ਵੇਲੇ, ਠੀਕ ਹੈ ਜੀ। ਵਿਚ ਆਫ ਦੀਜ਼ ਇਜ਼ ਨੋਟ ਟਰੂ, ਇਹਨਾਂ 'ਚੋਂ ਕੀ ਟਰੂ ਨਹੀਂ ਹੈ। ਇਨ ਦਾ ਫਸਟ 3 year ਦਾ ਚਾਈਲਡ ਡਿਵੈਲਪਮੈਂਟ ਮੈਟਾਲਿੰਗੁਅਲ ਕੰਪੀਟੈਂਸ, ਜਾਂ ਮੋਸਟ ਚਿਲਡਰਨ ਟਰਾਈ ਟੂ ਸਪੀਕ ਲੈਂਗੁਏਜ ਈਵਨ ਵੈਨ ਦੇ ਆਰ ਨਾਟ ਪ੍ਰੋਫੀਸ਼ੀਐਂਟ ਇਨ ਦਾ ਲੈਂਗੁਏਜ, the order of acquisition of the morphemes is very similar among children all over the world, ਜਾਂ many simultaneous bilingual achieve high language proficiency in both language। ਸੋ ਇਹ ਜਿਹੜਾ ਬਿਲਕੁਲ ਸਹੀ ਜਵਾਬ ਹੈ ਇਹਦਾ ਜੀ, ਜੋ ਕਿ ਟਰੂ ਨਹੀਂ ਹੈ। where will you add disclosure in a letter below the signature and right to the right side margin, below the signature and to the left side margin, above the signature and to right side margin, ਜਾਂ any of above। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ ਬੀ, ਬਿਲੋ ਦਾ ਸਿਗਨੇਚਰ ਐਂਡ ਟੂ ਦਾ ਲੈਫਟ ਸਾਈਡ ਆਫ ਦਾ ਮਾਰਜਨ, ਠੀਕ ਹੈ ਜੀ। ਸੋ ਅੱਗੇ ਚੱਲਦੇ ਹਾਂ। ਕਮਿਊਨੀਕੇਟਿਵ ਲੈਂਗੁਏਜ ਟੀਚਿੰਗ ਰਿਪਲੇਸਡ ਬੇਸਿਕਲੀ ਨੈਚੁਰਲ ਲੈਂਗੁਏਜ ਪ੍ਰੋਸੈਸਿੰਗ, ਸਟਰਕਚਰ ਟੀਚਿੰਗ, ਸਿਚੁਏਸ਼ਨਲ ਲੈਂਗੁਏਜ ਟੀਚਿੰਗ, ਜਾਂ ਮੋਟੀਵੇਸ਼ਨਲ ਟੀਚਿੰਗ। ਸੋ 75 ਦਾ ਜਿਹੜਾ ਸਹੀ ਆਨਸਰ ਆਪਸ਼ਨ ਨੰਬਰ ਸੀ ਹੈ ਜੀ, ਸਿਚੁਏਸ਼ਨਲ ਲੈਂਗੁਏਜ ਟੀਚਿੰਗ।
ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ। ਰੀਡਿੰਗ ਐਜ਼ ਹੋਲਿਸਟਿਕ ਪ੍ਰੋਸੈਸ ਇਨਕਲੂਡ, ਠੀਕ ਹੈ ਜੀ, ਰੀਡਿੰਗ ਐਜ਼ ਹੋਲਿਸਟਿਕ process include shapes of letter, the sounds linked with them, meaning of words, sentence structure, the ability to anticipate and predict, ਜਾਂ all of above। ਸੋ ਜਿਹੜਾ ਬਿਲਕੁਲ ਸਹੀ ਜਵਾਬ ਹੈ ਆਪਸ਼ਨ ਨੰਬਰ ਡੀ ਹੈ ਜੀ, all of above। ਤਿੰਨੇ ਚੀਜ਼ਾਂ ਜਿਹੜੀਆਂ ਹੈ ਹੋਲਿਸਟਿਕ ਪ੍ਰੋਸੈਸ, ਹੋਲਿਸਟਿਕ ਮਤਲਬ ਹੁੰਦਾ ਹੋਲ ਪ੍ਰੋਸੈਸ, ਠੀਕ ਹੈ ਜੀ, ਇਹਦੇ ਵਿੱਚ ਫਿਰ ਸਾਰੀਆਂ ਚੀਜ਼ਾਂ ਹੀ ਆ ਜਾਂਦੀਆਂ। Organization of arguments and ideas in paragraph is an important aspect of, ठीक है जी, organization of arguments and ideas in paragraph is important aspect of essay writing memos या writing stories या writing personal letter। सो पहला ऑप्शन सही है जी, writing essays। When a child is asked to recite a poem, it can help the teacher to test knowledge of literature या proficiency in speaking, acting talent या comprehension। सो ਜਿਹੜਾ ਦਾ ਸਹੀ ਆਨਸਰ ਹੋਇਆ ਜੀ ਆਪਸ਼ਨ ਨੰਬਰ ਬੀ ਕਿ ਪ੍ਰੋਫੀਸ਼ੈਂਸੀ ਇਨ ਸਪੀਕਿੰਗ, ਬੋਲਣ ਦੇ ਉਹਦੀ ਜਿਹੜੀ ਹੈ ਉਹਦੇ ਵਿੱਚ ਬੱਚਿਆਂ ਦੀ ਟੀਚਰ ਨੂੰ ਮਤਲਬ ਪਤਾ ਲੱਗੇਗਾ, ਠੀਕ ਹੈ ਜੀ, ਜਦੋਂ ਬੱਚਾ ਜਦੋਂ ਪੋਇਮ ਨੂੰ ਬੋਲੇਗਾ। In which stage of writing exercise a final product is linguistically determined by a teacher? ਕਿਹੜੀ ਸਟੇਜ ਦੇ ਵਿੱਚ? ਕੰਟਰੋਲਡ ਰਾਈਟਿੰਗ, ਗਾਈਡਡ ਰਾਈਟਿੰਗ, ਫਰੀ ਰਾਈਟਿੰਗ ਜਾਂ ਕ੍ਰੀਏਟਿਵ ਰਾਈਟਿੰਗ। ਸੋ ਦੇਖੋ ਜੀ ਇਹਦਾ ਜਿਹੜਾ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ ਏ, ਕੰਟਰੋਲਡ ਰਾਈਟਿੰਗ। A test of listening comprehension is a test of productive skill, ਰਿਸੈਪਟਿਵ ਸਕਿੱਲ, ਹੀਅਰਿੰਗ ਐਬਿਲਿਟੀ ਜਾਂ ਫੋਨੋਲੋਜੀ। ਸੋ ਰਿਸੈਪਟਿਵ ਸਕਿੱਲ ਜਿਹੜਾ ਬਿਲਕੁਲ ਸਹੀ ਆਨਸਰ ਹੈ, ਠੀਕ ਹੈ ਜੀ। ਰਿਸੈਪਟ ਮਤਲਬ ਰਿਸੀਵ ਕਰਨਾ, ਜਦੋਂ ਅਸੀਂ ਲਿਸਨ ਕਰਦੇ ਹਾਂ, ਸੁਣਦੇ ਹਾਂ ਤਾਂ ਅਸੀਂ ਕੁਛ ਰਿਸੀਵ ਕਰ ਲਏ ਹੁੰਦੇ ਹਾਂ, ਸੋ ਉਹ ਰਿਸੈਪਟਿਵ ਸਕਿੱਲ ਹੁੰਦੀ ਹੈ, ਠੀਕ ਹੈ ਜੀ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ, ਕਿਹੜੀ ਸਟੇਟਮੈਂਟ ਜਿਹੜੀ ਹੈ ਫਾਲਸ ਹੈ ਕਿ ਵਾਈਲ ਅਸੈਸਿੰਗ ਦਾ ਚਾਈਲਡ ਵੀ ਮਸਟ ਕੰਪੇਅਰ ਦਾ ਪਰਫੋਰਮੈਂਸ ਆਫ ਚਾਈਲਡ ਓਨਲੀ ਵਿਦ ਹਰ ਓਨ ਪਰਫੋਰਮੈਂਸ। ਇਹ ਬਿਲਕੁਲ ਸਹੀ ਹੈ ਜੀ, ਠੀਕ ਹੈ। ਵਨ ਐਕਟੀਵਿਟੀ ਕੈਨੋਟ ਬੀ ਯੂਟੀਲਾਈਜ਼ਡ ਫॉर ਅਸੈਸਿੰਗ ਮੈਨੀ ਐਬਿਲਿਟੀਜ਼ ਐਟ ਪ੍ਰਾਇਮਰੀ ਲੈਵਲ। ਫਲੂਐਂਸੀ ਟੇਕਸ ਪ੍ਰੈਸੀਡੈਂਸ ਓਵਰ ਐਕੂਰੇਸੀ ਜਾਂ ਓਬਜ਼ਰਵੇਸ਼ਨ ਇਜ਼ ਅ ਇਨਫੋਰਮਲ ਵੇ ਆਫ ਅਸੈਸਮੈਂਟ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਆਪਸ਼ਨ ਨੰਬਰ ਬੀ ਹੈ ਜੀ। ਵਨ ਐਕਟੀਵਿਟੀ ਕੈਨੋਟ ਬੀ ਯੂਟੀਲਾਈਜ਼ਡ ਫॉर ਅਸੈਸਿੰਗ ਮੈਨੀ ਐਬਿਲਿਟੀ। ਸੋ ਇਹ ਜਿਹੜਾ ਹੈ ਕੁਐਸਚਨ ਦੇ ਅਕੋਰਡਿੰਗ ਗਲਤ ਹੈ, ਜੋ ਕਿ ਆਪਣਾ ਸਹੀ ਹੈ ਜਵਾਬ। ਮਦਰ ਟੰਗ ਇਨਫਲੂਐਂਸ ਕੈਨ ਬੀ ਇਫੈਕਟਿਵਲੀ ਮਿਨੀਮਾਈਜ਼ਡ ਇਨ ਦਾ ਕਲਾਸਰੂਮ ਬਾਏ, ਠੀਕ ਹੈ ਜੀ। ਮਦਰ ਟੰਗ ਇਨਫਲੂਐਂਸ ਕੈਨ ਬੀ effectively minimized in the classroom by using the mother tongue more often, giving examples from giving examples from the mother tongue, या giving a lot of exposure in the target language, या giving inputs from the target language in a simple graded manner। सो डी ऑप्शन ही ਜਿਹੜਾ ਬਿਲਕੁਲ ਸਹੀ ਹੈ ਜੀ, ਗਿਵਿੰਗ ਇਨਪੁਟ ਫਰੋਮ ਟਾਰਗੇਟ ਲੈਂਗੁਏਜ ਇਨ ਅ ਸਿੰਪਲ ਐਂਡ ਗ੍ਰੇਡਡ ਮੈਨਰ। ਅਗਲਾ ਕੁਐਸਚਨ ਹੈ ਜੀ ਕਿ ਇੰਟਰੈਕਟਿਵ ਲਿਸਨਿੰਗ ਕੀ ਹੁੰਦੀ ਹੈ ਜੀ? ਲਿਸਨਿੰਗ ਐਂਡ ਰਿਸਪੌਂਡਿੰਗ, ਲਿਸਨਿੰਗ ਫॉर ਮੂਡ ਐਂਡ ਟੋਨ, ਲਿਸਨਿੰਗ ਫॉर ਵਰਡ ਸਟ੍ਰੈਸ ਐਮਫੈਸਿਸ ਜਾਂ ਲੈਂਗੁਏਜ, ਜਾਂ ਲਿਸਨਿੰਗ ਫॉर ਫਾਈਂਡਿੰਗ ਆਊਟ ਸਪੀਕਰਸ ਐਟੀਟਿਊਡ। ਸੋ ਜਿਹੜੇ ਦਾ ਸਹੀ ਜਵਾਬ ਉਹ ਹੈ ਜੀ ਆਪਸ਼ਨ ਨੰਬਰ ਏ, ਕਿ ਜਦੋਂ ਅਸੀਂ ਸੁਣਦੇ ਹਾਂ ਅਤੇ ਰਿਸਪੌਂਸ ਵੀ ਨਾਲ ਕਰਦੇ ਹਾਂ, ਮਤਲਬ ਇੰਟਰੈਕਟਿਵ ਮਤਲਬ ਇੰਟਰੈਕਟ ਜਦੋਂ ਕਰਦੇ ਹਾਂ ਅਤੇ ਅਸੀਂ ਲਿਸਨਿੰਗ ਵੀ ਕਰਦੇ ਹਾਂ ਅਤੇ ਸੁਣਦੇ ਵੀ ਹਾਂ ਅਤੇ ਰਿਸਪੌਂਡ ਵੀ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਅ ਸਾਈਨੋਨੀਅਮ ਆਫ ਐਕਸਟੈਂਸਿਵ ਰੀਡਿੰਗ। ਐਕਸਟੈਂਸਿਵ ਰੀਡਿੰਗ ਦਾ ਜਿਹੜਾ ਸੈਨੋਨੀਅਮ ਹੈ ਉਹ ਕੀ ਹੋਵੇਗਾ? ਲਾइब्रेरी रीडिंग, सप्लीमेंटरी रीडिंग, इंडिपेंडेंट साइलेंट रीडिंग, या फिर ऑल ऑफ द अबव। सो ਜਿਹੜਾ ਦਾ ਸਹੀ ਜਵਾਬ ਆਪਸ਼ਨ ਨੰਬਰ ਡੀ ਹੈ ਜੀ, ऑल द अबव।
72 ਦੇਖਦੇ ਜੀ, ਰੀਡਿੰਗ ਸਕਿੱਲਸ ਕੈਨ ਬੀ ਡਿਵੈਲਪਡ ਬੈਸਟ ਬਾਏ, ਜਿਹੜੀ ਰੀਡਿੰਗ ਸਕਿੱਲ ਹੈ ਬੈਸਟ ਕਿਵੇਂ ਡਿਵੈਲਪ ਹੋ ਸਕਦੀ ਹੈ ਜੀ, ਰਾਈਟਿੰਗ ਆਨਸਰਸ ਟੂ ਕੁਐਸਚਨਸ ਔਨ ਦਾ ਟੈਕਸਟ, ਫੋਕਸਿੰਗ ਔਨ ਦਾ ਯੂਜ਼ ਆਫ ਵਰਡ ਫਰੋਮ ਕੰਟੈਂਟ ਇਨ ਦਾ ਟੈਕਸਟ, ਡੂਇੰਗ ਵੋਕੈਬਲਰੀ ਐਕਸਰਸਾਈਜ਼ ਜਾਂ ਡੂਇੰਗ ਕੁਇਜ਼ਜ਼ ਐਂਡ ਪਲੇਇੰਗ ਵਰਡ ਗੇਮਸ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ ਸੈਕਿੰਡ, ਕਿ ਫੋਕਸਿੰਗ ਔਨ ਯੂਜ਼ ਆਫ ਵਰਡਸ ਫਰੋਮ ਕੰਟੈਕਸਟ ਇਨ ਦਾ ਟੈਕਸਟ। ਠੀਕ ਹੈ ਜੀ, ਤਾਂ ਹੀ ਸਾਡੀ ਜਿਹੜੀ ਰੀਡਿੰਗ ਸਕਿੱਲ ਹੈ ਉਹ ਜਿਹੜੀ ਹੈ ਵਧੀਆ ਹੋ ਸਕੇਗੀ। ਠੀਕ ਹੈ ਜੀ। 80 ਦੇਖਦੇ ਹਾਂ ਜੀ, ਦਾ ਅਸੈਸਮੈਂਟ ਆਫ ਦਾ ਚਾਈਲਡ ਸ਼ੁੱਡ ਏਮ ਐਟ, ਜਿਹੜੀ ਹੈ ਅਸੈਸਮੈਂਟ ਹੈ ਚਾਈਲਡ ਦੀ, ਉਹਦਾ ਏਮ ਕੀ ਹੋਣਾ ਚਾਹੀਦਾ ਹੈ, ਰੈਂਕ ਐਂਡ ਪਲੇਸ ਆਫ ਦਾ ਚਾਈਲਡ ਇਨ ਦਾ ਹਾਇਰਾਰਕੀ ਆਫ ਅਚੀਵਮੈਂਟ, ਅਵਾਰਡਿੰਗ ਮਾਰਕਸ ਟੂ ਚਿਲਡਰਨ ਜਾਂ ਫਾਈਂਡਿੰਗ ਗੈਪ ਇਨ ਚਿਲਡਰਨ ਐਂਡ ਪਲੈਨਿੰਗ ਫਿਊਚਰ ਸਟ੍ਰੈਟਜੀ ਜਾਂ ਪਲੈਨਿੰਗ ਔਰ ਫੇਲੀਅਰ ਚਿਲਡਰਨ। ਸੋ ਜਿਹੜੇ ਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਸੀ ਜਿਹੜਾ ਸਹੀ ਹੈ, ਕਿ ਫਾਈਂਡਿੰਗ ਗੈਪਸ ਇਨ ਚਿਲਡਰਨ ਐਂਡ ਪਲੈਨਿੰਗ ਫਿਊਚਰ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ, 81 ਕੁਐਸਚਨ ਦੇਖਦੇ ਹਾਂ ਕਿ ਵਿਚ ਆਫ ਦਾ ਫੋਲੋਇੰਗ ਇਜ਼ ਦਾ ਫਾਰਮਲ ਐਕਟੀਵਿਟੀ ਆਫ ਕੰਡਕਟਿੰਗ ਔਰਲ ਟੈਸਟ। ਔਰਲ ਟੈਸਟ ਜਿਹੜਾ ਹੈ ਇਹਨਾਂ ਵਿੱਚੋਂ ਵਿਚ ਆਫ ਦਾ ਫੋਲੋਇੰਗ ਇਨ ਫਾਰਮਲ ਐਕਟੀਵਿਟੀ ਹੈ ਜੀ। ਠੀਕ ਹੈ। ਕੁਐਸਚਨ ਆਨਸਰ, ਸਟੋਰੀ ਟੈਲਿੰਗ, ਰੀਡਿੰਗ ਅਲਾਊਡ ਜਾਂ ਆਲ ਦਾ ਅਬਵ। ਸੋ ਆਲ ਦਾ ਅਬਵ ਜਿਹੜਾ ਸਹੀ ਹੈ ਜੀ, ਤਿੰਨੇ ਆਪਸ਼ਨ ਉੱਪਰਲੀਆਂ ਜਿਹੜੀਆਂ ਸਹੀ ਹੈ। 83rd ਦੇਖਦੇ ਹਾਂ ਜੀ, ongoing continues as formative evaluation can become meaningful only when teacher take responsibility of learner progress, learner take responsibility of their progress ਜਾਂ both children and learner take responsibility ਜਾਂ external benchmark are suggested by expert। ਸੋ ਸੀ ਜਿਹੜਾ ਬਿਲਕੁਲ ਸਹੀ ਹੈ ਕਿ both teacher and learner take responsibility of their own progress। ਸੋ 82 ਦੇਖਦੇ ਹਾਂ ਜੀ, ਦਾ ਰੀਡਿੰਗ ਸਬ ਸਕਿੱਲ ਵਿਚ ਸ਼ੁੱਡ ਬੀ ਫੋਕਸਡ ਫॉर ਡਿਵੈਲਪਿੰਗ ਰੀਡਿੰਗ ਪ੍ਰੋਫੀਸ਼ੈਂਸੀ ਅਮੰਗ ਸਟੂਡੈਂਟ ਇਨਕਲੂਡ। ਠੀਕ ਹੈ ਜੀ। ਜਿਹੜਾ ਰੀਡਿੰਗ ਸਬ ਸਕਿੱਲ ਹੈ ਵਿਚ ਸ਼ੁੱਡ ਬੀ, ਜੋ ਫੋਕਸ ਹੋਣਾ ਚਾਹੀਦਾ ਆ ਫॉर ਡਿਵੈਲਪਿੰਗ ਰੀਡਿੰਗ ਪ੍ਰੋਫੀਸ਼ੈਂਸੀ, ਕਿ ਐਕਸਟੈਂਡਿਡ ਰੀਡਿੰਗ, ਰੀਡਿੰਗ ਫॉर ਇਨਫਰੈਂਸ ਜਾਂ ਸਕੈਨਿੰਗ ਅ ਟੈਕਸਟ ਜਾਂ ਆਲ ਦਾ ਅਬਵ। ਸੋ ਆਲ ਦਾ ਅਬਵ ਜਿਹੜਾ ਬਿਲਕੁਲ ਸਹੀ ਜਵਾਬ ਹੈ। 84 ਦੇਖਦੇ ਜੀ, ਲੈਂਗੁਏਜ ਐਵੈਲੂਏਸ਼ਨ ਸ਼ੁੱਡ ਫੋਕਸ ਔਨ। ਲੈਂਗੁਏਜ ਜਿਹੜੀ ਇਵੈਲੂਏਸ਼ਨ ਹੈ ਉਹਦੀ ਫੋਕਸ ਉਹਦਾ ਕੀ ਹੋਣਾ ਚਾਹੀਦਾ ਹੈ, ਕਿ ਅਚੀਵਮੈਂਟ ਵਿਦ ਰਿਸਪੈਕਟ ਟੂ ਪਰਟੀਕੂਲਰਲੀ ਸਿਲੇਬੀ ਜਾਂ ਮੈਜਰਮੈਂਟ ਆਫ ਲੈਂਗੁਏਜ ਪ੍ਰੋਫੀਸ਼ੈਂਸੀ ਜਾਂ ਬੋਥ ਆਫ ਦੀਜ਼ ਜਾਂ ਫਿਰ ਨਨ ਆਫ ਦੀਜ਼। ਸੋ ਬੋਥ ਆਫ ਦੀਜ਼ ਉੱਪਰਲੀਆਂ ਦੋਨੋਂ ਆਪਸ਼ਨਾਂ ਜਿਹੜੀਆਂ ਬਿਲਕੁਲ ਸਹੀ ਹੈ। ਠੀਕ ਹੈ ਜੀ। ਸੋ ਆਪਾਂ ਅਗਲਾ ਕੁਐਸਚਨ ਦੇਖਦੇ ਹਾਂ ਜੀ, which of the following organ of speech is also known as velum। ठीक है जी। which of the following organ of speech is also known as velum? hard palate, voice box, alveolar ridge, ठीक है जी, ਜਾਂ ਫਿਰ soft palate। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਜੀ ਆਪਸ਼ਨ ਨੰਬਰ ਡੀ, soft palate। ਠੀਕ ਹੈ ਜੀ। ਉਹਨੂੰ ਆਪਾਂ ਵੈਲਮ ਵੀ ਕਹਿ ਦਿੰਦੇ ਹਾਂ। ਸੋ ਅਗਲਾ ਕੁਐਸਚਨ ਦੇਖਦੇ ਹਾਂ ਜੀ, 63rd, ਇਨਪੁਟ ਰਿਚ ਕਮਿਊਨੀਕੇਸ਼ਨਲ ਇਨਵਾਇਰਮੈਂਟ ਆਰ ਪ੍ਰੀ ਰਿਕੁਐਸਟਿਵ ਫॉर ਲੈਂਗੁਏਜ ਲਰਨਿੰਗ, ਵਿਚ ਆਊਟ ਆਫ ਦਾ ਫੋਲੋਇੰਗ ਫॉल्स ਅੰਡਰ ਦਾ ਡੋਮੇਨ ਆਫ ਇਨਪੁਟਸ, ਲਰਨਰ ਚੋਜ਼ਨ ਟੈਕਸਟ, ਕਲਾਸ ਲਿਬਰਟੀਜ਼, ਮੀਡੀਆ ਸਪੋਰਟ ਜਾਂ ਆਲ ਆਫ ਦੀਜ਼। ਸੋ ਆਲ ਆਫ ਦੀ ਜਿਹੜਾ ਇਹਦਾ ਆਨਸਰ ਸਹੀ ਹੈ। ਵਿਚ ਆਫ ਦਾ ਫੋਲੋਇੰਗ, ਆਪਾਂ ਅਗਲਾ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਕੀ ਇਹਦੇ ਵਿੱਚੋਂ ਕਰੈਕਟ ਨਹੀਂ ਹੈ, ਕਿ ਡਰਾਮੇਟਾਈਜੇਸ਼ਨ ਆਲਸੋ ਇਨਵੋਲਵ ਅ ਸਰਟਨ ਸਬ ਸਕਿੱਲ, ਰੈਮੀਡੀਅਲ ਟੈਸਟ ਆਰ ਕੁਰੇਟਿਵ ਜਾਂ ਰੈਮੀਡੀਅਲ ਟੀਚਿੰਗ ਡਜ਼ਨਟ ਕਵਰ ਬੋਥ ਰਿਸੈਪਟਿਵ ਐਂਡ ਐਕਸਪ੍ਰੈਸ਼ਨ ਆਬਜੈਕਟਿਵ ਜਾਂ ਲਿਟਰੇਰੀ ਐਪਰੀਸੀਏਸ਼ਨ ਇਜ਼ ਆਲਸੋ ਅ ਸਬ ਸਕਿੱਲ ਆਫ ਡਰਾਮੇਟਾਈਜੇਸ਼ਨ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਜਿਹੜਾ ਹੈ ਇਹੀ ਆਪਸ਼ਨ ਹੈ ਜਿਹੜੀ ਕੁਐਸਚਨ ਦੇ ਹਿਸਾਬ ਨਾਲ ਜਿਹੜੀ ਗਲਤ ਹੈ, ਸਹੀ ਨਹੀਂ ਹੈ, ਕਿ ਰੈਮੀਡੀਅਲ ਟੀਚਿੰਗ ਡਜ਼ਨਟ ਕਵਰ ਬੋਥ ਰਿਸੈਪਟਿਵ। ਠੀਕ ਹੈ ਜੀ। ਸੋ ਆਪਣਾ ਇਹ ਜਵਾਬ ਜਿਹੜਾ ਸਹੀ ਹੈ। ਸੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਜੀ,
ਤੇ ਇੰਪੋਰਟੈਂਟ ਵੀ ਹੈ, ਠੀਕ ਹੈ ਜੀ, ਕਿ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਅਬਾਊਟ ਸਕਿਮਿੰਗ। ਸਕਿਮਿੰਗ ਦੇ ਮੁਤਾਬਿਕ ਇਹਨਾਂ 'ਚੋਂ ਕਿਹੜੀ ਜਿਹੜੀ ਹੈ ਸਹੀ ਹੈ ਬਿਲਕੁਲ, ਕਿ ਇਟ ਮੀਨਸ ਦਾ ਡਿਟੇਲਡ ਸਟੱਡੀ ਆਫ ਟੈਕਸਟ ਬੁੱਕ ਫॉर ਥਰੂ ਮਾਸਟਰੀ ਆਫ ਦ ਲੈਂਗੁਏਜ। It is a study of content, material, word, phrase, and the study of grammar based on it. It is the technique of reading in order to get a general overview of text, ਜਾਂ it is an act of reading backwards। ਸੋ ਇਹ ਆਪਾਂ ਕੁਐਸਚਨ ਕਿੰਨੀ ਵਾਰ ਕੀਤਾ ਹੈ। ਸੋ ਜਿਹੜਾ ਇਹਦਾ ਸਹੀ ਜਵਾਬ ਹੈ ਉਹ ਹੈ ਆਪਸ਼ਨ ਨੰਬਰ ਸੀ, ਜਿਹੜਾ ਸਹੀ ਜਵਾਬ ਹੈ ਕਿ ਜਦੋਂ ਅਸੀਂ ਕੋਈ ਜਰਨਲ ਓਵਰਵਿਊ ਲੈਣਾ ਹੋਵੇ ਕਿਸੇ ਟੈਕਸਟ ਦਾ, ਠੀਕ ਹੈ ਜੀ, ਸੋ ਉਦੋਂ ਅਸੀਂ ਜਿਹੜਾ ਹੈ ਸਕਿਮਿੰਗ ਕਰਦੇ ਹਾਂ, ਉਸ ਪ੍ਰੋਸੈਸ ਨੂੰ ਕੀ ਕਹਿੰਦੇ ਹਾਂ ਜੀ, ਸਕਿਮਿੰਗ, ਠੀਕ ਹੈ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਸੋ ਆਪਾਂ ਇੰਗਲਿਸ਼ ਪੈਡਾਗੋਜੀ ਦੇ ਜਿਹੜੇ ਕਾਫੀ ਕੁਐਸਚਨ, ਸੋ ਆਹ ਵਾਲੀਆਂ ਆਪਾਂ ਜਿਵੇਂ ਕੱਲ੍ਹ ਇੱਕ ਆਪਾਂ ਵੀਡੀਓ ਕੀਤੀ ਸੀਗੀ ਅਤੇ ਅੱਜ ਵੀ, ਸੋ ਆਪਾਂ ਤਕਰੀਬਨ ਆਪਾਂ 100 ਦੇ ਕਰੀਬ ਜਿਹੜੇ ਕੁਐਸਚਨਸ ਜਿਹੜੇ ਇੰਪੋਰਟੈਂਟ ਨੇ ਪ੍ਰੀਵੀਅਸ ਨੇ, ਠੀਕ ਹੈ ਜੀ, ਜਾਂ ਵਿੱਚੋਂ ਕੁਛ ਇੰਪੋਰਟੈਂਟ ਨੇ ਆਪਾਂ ਉਹਦੇ ਵਿੱਚ ਕੁਐਸਚਨ ਜਿਹੜੇ ਕਵਰ ਕੀਤੇ ਹੈ, ਠੀਕ ਹੈ ਜੀ। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇੱਕ ਓਵਰਵਿਊ ਜਿਹੜਾ ਹੈ ਜ਼ਰੂਰ ਮਿਲਿਆ ਹੋਵੇਗਾ, ਠੀਕ ਹੈ ਜੀ, ਕਿ ਕਿਵੇਂ ਤਰ੍ਹਾਂ ਦੇ ਕੁਐਸਚਨਸ, ਕਿੱਦਾਂ ਦੇ ਕੁਐਸਚਨ ਆਉਂਦੇ ਨੇ, ਠੀਕ ਹੈ ਜੀ। ਸੋ 2 ਕੰਪਰੀਹੈਂਸ਼ਨ ਤਾਂ ਆਉਣੇ ਹੀ ਆਉਣੇ ਨੇ, ਠੀਕ ਹੈ ਜੀ। ਸੋ ਉਹਦੇ ਨਾਲ ਜਿਹੜੇ ਕੁਐਸਚਨਸ ਨੇ, ਸੋ ਸਾਨੂੰ ਇੱਕ ਓਵਰਵਿਊ ਜਿਹੜਾ ਹੈ ਉਹ ਹੋ ਗਿਆ ਹੋਵੇਗਾ, ਠੀਕ ਹੈ ਜੀ। ਸੋ ਮੈਨੂੰ ਉਮੀਦ ਹੈ ਕਿ ਵੀਡੀਓ ਥੋੜ੍ਹੀ ਜਿਹੀ ਜ਼ਰੂਰ ਵੱਡੀ ਜ਼ਰੂਰ ਬਣ ਗਈ ਹੋਵੇਗੀ, ਪਰ ਇਹਦੇ ਵਿੱਚ ਆਪਾਂ ਕੁਐਸਚਨਸ ਕਾਫੀ ਕਰ ਲਏ, ਠੀਕ ਹੈ ਜੀ। ਸੋ ਆਪਣਾ ਵੀਡੀਓ ਬਣਾਉਣ ਦਾ ਜਿਹੜਾ ਹੈ ਇਸ ਵਾਰ ਜਿਹੜਾ ਮਕਸਦ ਇਹ ਸੀਗਾ ਕਿ ਆਪਾਂ ਵੱਧ ਤੋਂ ਵੱਧ ਕੁਐਸਚਨ ਕਵਰ ਕਰੀਏ, ਕਿਉਂਕਿ ਜਿਹੜਾ ਐਗਜ਼ਾਮ 12 ਨੂੰ ਜਿਹੜਾ ਆ ਚੁੱਕਾ ਹੈ ਨਾ। ਸੋ ਮੈਨੂੰ ਉਮੀਦ ਹੈ ਕਿ ਸਾਰਿਆਂ ਦੀ ਤਿਆਰੀ ਵਧੀਆ ਜਿਹੜੀ ਹੋ ਗਈ ਹੋਵੇਗੀ। ਮੈਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀ ਜਿਹੜੀ ਹੈ ਤਿਆਰੀ ਦੇ ਵਿੱਚ ਮੈਂ ਥੋੜ੍ਹਾ ਜਿਹਾ ਯੋਗਦਾਨ ਜਿਹੜਾ ਮੈਂ ਵੀ ਪਾ ਸਕਾਂ, ਠੀਕ ਹੈ ਜੀ। ਸੋ ਸਾਰਿਆਂ ਨੂੰ ਬੈਸਟ ਆਫ ਲੱਕ ਵੀ ਹੈ ਜੀ, ਤਾਂ ਕਿ ਉਮੀਦ ਹੈ ਕਿ ਸਾਰੇ ਬੱਚਿਆਂ ਦਾ ਜਿਹੜੇ ਜਿੰਨੇ ਵੀ ਸਟੂਡੈਂਟ ਨੇ ਅਤੇ ਉਹਨਾਂ ਦਾ ਜਿਹੜਾ ਪੇਪਰ ਹੈ ਜਿਹੜਾ ਕਲੀਅਰ ਹੋਵੇ। ਅਤੇ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ। ਸਤਿ ਸ਼੍ਰੀ ਅਕਾਲ।